ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਗੁਰੂ ਮਹਾਰਾਜ ਦੇ ਦਰ ਘਰ ਦੀ ਹਾਜ਼ਰੀ ਭਰਨ ਦਾ ਸਮਾਂ ਪ੍ਰਾਪਤ ਹੋਇਆ ਹੈ। ਆਓ ਜੋ ਲੜੀਵਾਰ ਇਤਿਹਾਸਕ ਕਥਾ ਦਸਾਂ ਪਾਤਸ਼ਾਹੀਆਂ ਮਹਾਰਾਜ ਦਾ ਸੋਹਣਾ ਸੁੰਦਰ ਜੀਵਨ ਪ੍ਰਸੰਗ ਜੋ ਕਿ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਅੰਸ਼ ਬੰਸ 12ਵੀਂ ਪੀੜ੍ਹੀ ਵਿੱਚ ਪੈਦਾ ਹੋਏ ਗੁਰਮੁਖ ਪਿਆਰੇ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਉਹਨਾਂ ਦੁਆਰਾ ਰਚਿਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਦੀ ਲੜੀਵਾਰ ਕਥਾ ਚੱਲ ਰਹੀ ਹੈ। ਮਾਈ ਭਾਈ ਸਰਵਣ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹਨ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਜੀਵਨ ਪ੍ਰਸੰਗ ਸਰਵਣ ਕਰਨ ਉਪਰੰਤ ਕਿਵੇਂ ਗੁਰਤਾ ਗੱਦੀ ਦੀ ਪ੍ਰਾਪਤੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਕੀਤੀ ਔਰ ਸੰਗਤਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਤਾਰਿਆ। ਉਪਰੰਤ ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਦਰਨ ਸਦਕਾ। ਮਹਾਰਾਜ ਨੇ ਫਿਰ ਤੀਰਥਾਂ ਨੂੰ ਪਵਿੱਤਰ ਕਰਨ ਲਈ ਔਰ ਲੋਕਾਂ ਨੂੰ ਤਾਰਨ ਵਾਸਤੇ ਤੀਰਥਾਂ ਪਰ ਜਾਣਾ ਕੀਤਾ। ਵਾਪਸੀ ਤੇ ਫਿਰ ਮੇੜੇ ਨਗਰ ਦੇ ਵਿੱਚ ਗੁਰੂ ਸਾਹਿਬ ਜੀ ਰੁਕੇ ਹਨ ਔਰ ਉੱਥੇ ਦੁਰਗਾ ਦਾਸ ਉਹ ਬ੍ਰਾਹਮਣ ਫੇਰ ਮਹਾਰਾਜ ਦੇ ਕੋਲ ਆ ਗਿਆ ਜਿਹਨੇ ਕਿਸੇ ਸਮੇਂ ਜਦੋਂ ਪਹਿਲਾਂ ਮਹਾਰਾਜ ਹਰਿਦੁਆਰ ਆਉਂਦੇ ਹੁੰਦੇ ਸਨ ਉਸ ਸਮੇਂ ਚਰਨਾਂ 'ਚ ਪਦਮ ਵੇਖ ਕੇ ਇਹ ਗੱਲ ਕਹੀ ਸੀ ਕਿ ਤੁਸੀਂ ਬਹੁਤ ਵੱਡੇ ਜਾਤੇ ਚੱਕਰਵਰਤੀ ਬਾਦਸ਼ਾਹ ਹੋਵੋਗੇ। ਤੁਹਾਡੇ ਚਰਨਾਂ ਦਾ ਪਦਮ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਾਂ ਫਿਰ ਤੁਸੀਂ ਕਿਸੇ ਵੱਡੇ ਹੋਰ ਅਹੁਦੇ ਤੇ ਬਿਰਾਜਮਾਨ ਹੋਵੋਗੇ। ਤੇ ਉਸ ਸਮੇਂ ਮਹਾਰਾਜ ਨੂੰ ਯਾਦ ਕਰਾਉਂਦਾ ਮਹਾਰਾਜ ਮੈਂ ਉਹੀ ਬ੍ਰਾਹਮਣ ਹਾਂ। ਗੁਰੂ ਸਾਹਿਬ ਨੇ ਕਿਹਾ ਭਾਈ ਪ੍ਰਸੰਨ ਹੋ ਕੇ ਕਿਹਾ ਜੋ ਕੁਝ ਮੰਗਣਾ ਮੰਗ ਲੈ। ਲੋਕ ਦੇ ਸੁੱਖ ਚਾਹੀਦੇ ਉਹ ਮੰਗ ਲੈ, ਪ੍ਰਲੋਕ ਦੇ ਸੁੱਖ ਚਾਹੀਦੇ ਨੇ ਉਹ ਮੰਗ ਲੈ। ਦੋਨਾਂ ਚੋਂ ਇੱਕ ਜਿਹੜੇ ਮਰਜ਼ੀ ਦੱਸ। ਕਹਿੰਦਾ ਮਹਾਰਾਜ ਜੀ
ਪ੍ਰਲੋਕ ਦੇ ਸੁਖ ਨਾਮ ਤੇ ਲੋਕ ਦਾ ਸੁਖ ਧਨ। ਵੀ ਜੇ ਆਪਣੇ ਸਿੱਖ ਸੇਵਕ ਨੂੰ ਗੁਰੂ ਧਨ ਦਾ ਨਾਮ ਦੇ ਦੇਵੇ, ਧਨ ਨਾ ਦੇਵੇ, ਉਹਨੂੰ ਪ੍ਰਲੋਕ ਦਾ ਧਨ ਤੇ ਮਿਲ ਗਿਆ, ਪ੍ਰਲੋਕ ਦੇ ਸੁੱਖ ਤੇ ਮਿਲ ਗਏ, ਪਰ ਲੋਕ ਵਿੱਚ ਤਾਂ ਨਹੀਂ ਇੱਜ਼ਤ ਹੋਊ। ਇੱਥੇ ਵੀ ਧਨ ਚਾਹੀਦਾ ਗੁਰੂ ਕੇ ਸੇਵਕ ਕੋਲੇ। ਮਹਾਰਾਜ ਜੇ ਧਨ ਦੇ ਤਾਂ ਨਾਮ ਨਾ ਦੇਵੇ, ਫਿਰ ਅੱਗੇ ਜੰਮਪੁਰੀ ਜਾਣਾ ਪਊ। ਇਸ ਕਰਕੇ ਹੁਣ ਤੁਹਾਨੂੰ ਕੀ ਕਹਿਣਾ ਬਣ ਆਵੇ, ਮੈਂ ਤਾਂ ਤੁਹਾਡੇ ਚਰਨੀ ਪੈ ਗਿਆ। ਤੁਹਾਡੀ ਮਰਜ਼ੀ ਹੈ, ਹੁਣ ਜਿਹੜਾ ਕੁਝ ਮਰਜ਼ੀ ਬਖਸ਼ ਦਿਓ। ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਫਿਰ ਭਾਈ ਸੰਸਾਰੀ ਧਨ ਵੀ ਬਖਸ਼ਤਾ ਤੇ ਰੱਬੀ ਧਨ ਨਾਮ ਧਨ ਦੀ ਵੀ ਬਖਸ਼ਿਸ਼ ਕਰਤੀ, ਲੋਕ ਵੀ ਸਵਾਰਤਾ, ਪਰਲੋਕ ਵੀ ਸਵਾਰ ਦਿੱਤਾ। ਇਹ ਉਪਰੰਤ ਮਹਾਰਾਜ ਗੋਇੰਦਵਾਲ ਸਾਹਿਬ ਵਾਪਸ ਆ ਗਏ ਹੈ। ਇੱਥੇ ਆ ਕੇ ਫਿਰ ਸਤਿਗੁਰਾਂ ਮਨ ਦਾ ਫੁਰਨਾ ਇਹ ਕੀਤਾ ਕਿ ਸਭ ਦੇ ਭਲੇ ਵਾਸਤੇ ਤੀਰਥ ਰਚਿਆ ਜਾਵੇ। ਗੁਰੂ ਸਾਹਿਬ ਨੇ ਫਿਰ ਸਾਰੀਆਂ ਸੰਗਤਾਂ ਨੂੰ ਹੁਕਮਨਾਮੇ ਭੇਜੇ, ਭਾਈ ਬੌਲੀ ਸਾਹਿਬ ਦੀ ਰਚਨਾ ਕਰਨੀ ਹੈ ਤੀਰਥ ਦੀ, ਤਾਂ ਕਿ ਇੱਥੇ ਇਸ਼ਨਾਨ ਕਰਕੇ ਸਭ ਦਾ ਭਲਾ ਹੋ ਸਕੇ। ਗੁਰੂ ਨੇ ਗੁਰਮੁਖੋ ਜਿਵੇਂ ਮਰਜ਼ੀ ਹੈ, ਚਾਹੇ ਗੁਰੂ ਕਿਸੇ ਵੀ ਤਰੀਕੇ ਨਾਲ ਭਲਾ ਕਰੇ, ਇਹ ਗੁਰੂ ਦੀ ਕਲਾ ਨਾਲ ਹੀ ਭਲਾ ਹੋਣਾ ਹੈ। ਮਹਾਰਾਜ ਨੇ ਇਸ ਤਰ੍ਹਾਂ ਚਾਹਿਆ ਤੇ ਇਉਂ ਭਲਾ ਕਰ ਰਹੇ ਨੇ ਬੌਲੀ ਸਾਹਿਬ। ਫਿਰ ਇਹ ਖੁਦਾਈ ਹੋਣੀ ਸ਼ੁਰੂ ਹੋ ਗਈ। ਬੇਅੰਤ ਸਿੱਖ ਸੰਗਤਾਂ ਸੇਵਾ ਕਰਦੀਆਂ ਨੇ। ਇਹ ਵੇਖ ਕੇ ਮਜ਼ਦੂਰ ਵੀ ਆ ਗਏ, ਮਹਾਰਾਜ ਇਹ ਸਾਡੇ ਤੇ ਵੀ ਕਿਰਪਾ ਕਰੋ। ਫਿਰ ਭਾਈ 2 ਟਕੇ ਉਹਨਾਂ ਨੂੰ ਵੀ ਨਾਲੇ ਮਜ਼ਦੂਰੀ ਮਿਲ ਜਾਂਦੀ ਸੀ ਤੇ ਨਾਲੇ ਗੁਰੂ ਕੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਮਿਲ ਜਾਣਾ। ਸੇਵਾ ਦੀ ਸੇਵਾ, ਉਹ ਵੀ ਬਹੁਤ ਪ੍ਰਸੰਨ ਹੋਏ। ਇਉਂ ਸਤਿਗੁਰੂ ਪਾਤਸ਼ਾਹ ਜੀ ਦੇ ਵੱਡੇ ਲੰਗਰ ਵੀ ਚੱਲਦੇ। ਬੇਅੰਤ ਸਿੱਖ ਸੰਗਤਾਂ ਜਿਹੜੀਆਂ ਉਹ ਪ੍ਰਸ਼ਾਦਾ ਪਾਣੀ ਛਕ ਰਹੀਆਂ, ਕੋਈ ਅੰਨ ਪਾਣੀ ਲਿਆ ਰਿਹਾ, ਕੋਈ ਸੇਵਾ ਕਰ ਰਿਹਾ। ਕੇਤਕ ਸਿੱਖ ਦਰਬ ਲੈ ਆਏ, ਬੈਠ ਮਿਹਨਤੀ ਦੇਤ ਲਗਾਏ। ਕੋਈ ਇਹੋ ਜਿਹੇ ਵੀ ਹੁੰਦੇ ਬਜ਼ੁਰਗ ਨਹੀਂ ਸੇਵਾ ਕਰ ਸਕਦੇ, ਉਹ ਫਿਰ ਧਨ ਲੈ ਕੇ ਆ ਜਾਂਦੇ ਆ। ਕਹਿੰਦੇ ਮਹਾਰਾਜ ਵੀ ਅਸੀਂ ਮਜ਼ਦੂਰਾਂ ਨੂੰ ਧਨ ਦੇ ਦਿੰਨੇ ਆ, ਕਿਰਪਾ ਕਰੋ। ਕੋਈ 10 ਨੂੰ, ਕੋਈ 15 ਨੂੰ, ਕੋਈ 5 ਨੂੰ, ਕੋਈ 2 ਨੂੰ, ਇਉਂ ਮਜ਼ਦੂਰੀ ਦੇ ਦਿੰਦੇ ਸੀ ਜਿੰਨਾ ਜਿੰਨੀ ਕਿਸੇ ਦੀ ਹਿੰਮਤ ਹੈ। ਆਪ ਉੱਥੇ ਬੈਠਿਆਂ ਲੰਗਰ ਵਿੱਚ ਕੋਈ ਸੇਵਾ ਕਰ ਲੈਣੀ, ਬਰਤਨ ਸਾਫ਼ ਕਰ ਲਏ ਜਾਂ ਹੋਰ ਜਿਹੇ ਜੀ ਉਹ ਕਰ ਸਕਦੇ ਸੀ, ਜਾਂ ਸਤਸੰਗ ਕਰ ਲੈਣੀ। ਇਉਂ ਸੇਵਾ ਗੁਰੂ ਪਾਤਸ਼ਾਹ ਮਹਾਰਾਜ ਦੇ ਦਰ ਤੇ ਚੱਲ ਰਹੀ ਹੈ। ਅਗਲੀ ਕਥਾ ਪ੍ਰੇਮ ਤੇ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਹਿ ਬਾਵਲੀ ਥਲ ਵੱਡ ਭੀਰ। ਬੌਲੀ ਸਾਹਿਬ ਵਾਲੇ ਸਥਾਨ ਤੇ ਹੁਣ ਵੱਡਾ ਇਕੱਠ ਰਹਿੰਦਾ ਹੈ। ਕਬ ਕਬ ਸਤਿਗੁਰ ਬੈਠੈ ਤੀਰ। ਕਦੇ ਕਦੇ ਗੁਰੂ ਪਾਤਸ਼ਾਹ ਮਹਾਰਾਜ ਵੀ ਜਿਹੜੇ ਹਨ ਐਨ ਕੋਲ, ਉੱਥੇ ਭਾਈ ਪ੍ਰਤੱਖ ਬੈਠਦੇ ਨੇ ਸਤਿਗੁਰੂ ਜੀ ਕੋਲ। ਤੀਰ ਭਾਵ ਕਿਨਾਰਾ ਕਹਿੰਦੇ ਆ ਤੀਰ ਦਾ, ਇੱਥੇ ਭਾਵ ਹੈ ਕੋਲ। ਧਨ ਤੇ ਤਨ ਕਰ ਸੇਵੈ ਗੁਰ ਕੋ। ਜਿਹੜੀਆਂ ਸੰਗਤਾਂ ਨੇ ਧਨ ਕਰਕੇ ਤਨ ਕਰਕੇ ਗੁਰੂ ਸਾਹਿਬ ਦੇ ਦਰ ਦੀ ਸੇਵਾ ਕਰ ਰਹੀਆਂ ਹਨ। ਪ੍ਰੇਮ ਕਰਹਿ ਧੀਰਗ ਨਰ ਔਰ ਕੋ। ਇਉਂ ਲੋਕੀ ਭਾਈ ਹਿਰਦੇ ਵਿੱਚੋਂ ਬਹੁਤ ਵੱਡਾ ਪ੍ਰੇਮ ਸਤਿਗੁਰੂ ਨਾਲ ਕਰਦੇ ਹਨ। ਘਲ ਲਹਿ ਘਾਲ ਲੇਹ ਫਲ ਚਾਹ। ਸੇਵਾ ਕਰਦੇ ਨੇ ਤੇ ਭਾਈ ਜੋ ਫਲ ਚਾਹੁੰਦੇ ਐ ਸੇਵਾ ਘਾਲ ਕਮਾਈ ਕਰਕੇ ਪ੍ਰਾਪਤ ਕਰਦੇ ਹਨ। ਹਾਲਤ ਪਲਤ ਕੋ ਧੀਰਗ ਲਾਹਾ। ਲੋਕ ਤੇ ਪਰਲੋਕ ਦਾ ਵੱਡਾ ਲਾਹਾ ਖੱਟ ਰਹੇ ਹਨ। ਸੁਨ ਸੁਨ ਸੁਧ ਕੋ ਸਿੱਖ ਉਤਲਾਵਤ। ਇਹ ਸੁਣ ਸੁਣ ਕੇ ਜਿਹੜੇ ਸਿੱਖ ਹਨ ਉਹ ਬਹੁਤ ਉਤਸ਼ਾਹ ਦੇ ਵਿੱਚ ਕਰਤ ਚੌਪ ਚਿਤ ਗੁਰ ਢਿਗ ਆਵਤ। ਉਹ ਭਾਈ ਚੌਪ ਦਾ ਭਾਵ ਹੁੰਦਾ ਚਾਅ। ਕਰਤ ਚੌਪ ਚਿਤ, ਚਿੱਤ ਵਿੱਚ ਚਾਅ ਕਰਦਿਆਂ ਚਾਅ ਦੇ ਨਾਲ ਗੁਰੂ ਸਾਹਿਬ ਦੇ ਕੋਲ ਆਉਂਦੇ ਹਨ। ਲਵਪੁਰ ਆਦ ਨਗਰ ਗਨ ਜੋਈ।
ਲਾਹੌਰ ਇਤਿਆਦਿਕ ਤੱਕ ਹੋਰ ਬੇਅੰਤ ਨਗਰਾਂ ਤੋਂ ਗ੍ਰਾਮ ਬ੍ਰਿੰਦ ਮਹਿ ਇਹੋ ਸੁਧ ਹੋਈ। ਉਧਰਲੇ ਬਹੁਤ ਸਾਰੇ ਪਿੰਡਾਂ ਵਿੱਚ ਇਹ ਖਬਰ ਪਹੁੰਚ ਗਈ। ਸਤਿਗੁਰ ਤੀਰਥ ਰਚਹਿ ਸੋ ਬਾਪੀ। ਬਾਪੀ ਭਾਵ ਬੌਲੀ ਕਿ ਸਤਿਗੁਰੂ ਜੀ ਇੱਕ ਤੀਰਥ ਰਚ ਰਹੇ, ਬੌਲੀ ਬਣਾ ਰਹੇ ਹਨ। ਫਲਦਾਇਕ ਜਹ ਉਦਰਹਿ ਪਾਪੀ। ਜਿਹਦਾ ਇਸ਼ਨਾਨ ਕੀਤਾ ਬਹੁਤ ਵੱਡਾ ਫਲ ਹੈ, ਤੇ ਜਿੱਥੇ ਭਾਈ ਪਾਪੀ ਵੀ ਤਰ ਜਾਣਗੇ। ਗਏ ਭਾਵਨੀ ਕਰ ਹੋਏ ਪੂਰਨ। ਇਉਂ ਗਏ ਭਾਵਨੀ ਕਰ, ਇਹ ਜਿੰਨੇ ਵੀ ਫਿਰ ਗਏ ਭਾਵਨੀ, ਜਿੰਨੇ ਵੀ ਭਾਵਨਾ ਕਰਕੇ ਭਾਈ ਗਏ ਹੋਏ ਪੂਰਨ, ਉਹ ਵੀ ਪੂਰਨ ਹੋ ਰਹੇ ਆ ਸਾਰਿਆਂ ਦੇ। ਜੋ ਭਾਵਨਾ ਲੈ ਕੇ ਜਾਂਦਾ ਹੈ, ਇੱਛਾ ਸਭ ਦੀਆਂ ਪੂਰਨ ਹੋ ਰਹੀਆਂ ਹਨ। ਏਮ ਸੁਨ ਨਰ ਗਨ ਪਹੁੰਚੈ ਤੂਰਨ। ਇਹ ਸੁਣ ਕੇ ਫਿਰ ਜਿਹੜੇ ਬੇਅੰਤ ਲੋਕ ਹੈ ਤੁਰੰਤ ਪਹੁੰਚੇ ਹਨ। ਧਨ ਤੇ ਲਾਏ ਮਿਹਨਤੀ ਦੇਤ। ਨਾਲੇ ਤਾਂ ਧਨ ਲੈ ਕੇ ਆਉਂਦੇ ਨੇ, ਜਿਹੜੇ ਕੋਈ ਮਿਹਨਤੀ ਮਜ਼ਦੂਰ ਹੈ ਉਹਨਾਂ ਨੂੰ ਦੇ ਕੇ, ਮਿਹਨਤ ਕਰਨ ਵਾਲੇ ਮਜ਼ਦੂਰਾਂ ਨੂੰ ਵੀ ਆਪਣੇ ਕੋਲੋਂ ਧਨ ਦੇ ਕੇ ਲਾ ਦਿੰਦੇ ਹਨ। ਪੁੰਨ ਉੱਠ ਖਾਨਹਿ ਕਹੀ ਕਰ ਲੇਤ। ਤੇ ਫਿਰ ਆਪ ਵੀ ਉੱਠ ਕੇ ਭਾਈ ਕਹੀ ਲੈ ਕੇ ਹੱਥਾਂ ਵਿੱਚ ਖੁਦਾਈ ਕਰਦੇ ਹਨ। ਇੱਕ ਆਵਹਿ ਇੱਕ ਜਾਵਹਿ ਪਾਸ। ਗੁਰੂ ਸਾਹਿਬ ਦੇ ਕੋਲੇ ਦੇਖੋ ਇਹ ਕਾਰ ਹੈ, ਸੇਵਾ ਕਰਕੇ ਕੋਈ 5 ਦਿਨ, ਕੋਈ 10 ਦਿਨ, ਕੋਈ 20 ਦਿਨ, ਇਹੋ ਕੋਈ ਭਾਈਆਂ ਸੇਵਾ ਵਿੱਚ ਸਮਾਂ ਲਾ ਕੇ ਫਿਰ ਆਪਣੇ ਘਰ ਜਾ ਰਹੇ ਹਨ। ਸਿੱਖ ਸੰਗਤ ਮੈਂ ਅਦਕ ਹੁਲਾਸ। ਸਿੱਖ ਸੰਗਤਾਂ ਦੇ ਵਿੱਚ ਬਹੁਤ ਵੱਡਾ ਚਾਅ ਹੈ। ਕਾਰ ਬਾਪ ਕਾ ਮਹਿ ਅਨੁਰਾਗੀ। ਇਉਂ ਬੌਲੀ ਦੀ ਕਾਰ ਸੇਵਾ ਦੇ ਵਿੱਚ ਬਹੁਤ ਪ੍ਰੇਮ ਕਰਨ ਵਾਲੇ ਲੱਗੇ ਹਨ। ਸਤਿਗੁਰ ਕੀ ਸੇਵਾ ਮਹਿ ਲਾਗੇ। ਇਹ ਪ੍ਰੇਮ ਕਰਕੇ ਭਾਈ ਉਹ ਸਤਿਗੁਰੂ ਦੀ ਸੇਵਾ ਵਿੱਚ ਲੱਗੇ ਹਨ। ਸਭ ਮਹਿ ਰਾਮਦਾਸ ਮਿਲ ਕਰਕੇ। ਸਾਰਿਆਂ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਵੀ ਮਿਲ ਕਰਕੇ। ਸਤਿਗੁਰ ਚਰਨ ਪ੍ਰੇਮ ਔਰ ਧਰ ਕੈ। ਸਤਿਗੁਰੂ ਦੇ ਚਰਨਾਂ ਵਿੱਚ ਇਉਂ ਹਿਰਦੇ ਦਾ ਪ੍ਰੇਮ ਧਾਰ ਕੇ। ਕਰਹਿ ਬਾਪ ਕਾ ਸੇਵ ਵਿਸਾਲਾ। ਉਹ ਬੌਲੀ ਦੀ ਭਾਈ ਮਹਾਨ ਸੇਵਾ ਕਰ ਰਹੇ ਨੇ। ਸਰਬ ਗਰਬ ਤੇ ਹੋਏ ਨਿਰਾਲਾ। ਜਿੰਨੇ ਵੀ ਸੇਵਾ ਕਰਦੇ ਆ ਸਾਰੇ ਭਾਈ ਅੰਤਰੀਵ ਹੰਕਾਰ ਤੋਂ ਵੀ ਰਹਿਤ ਨਿਰਾਲੇ ਹੋ ਰਹੇ ਹਨ। ਅਤ ਹਿਤ ਕਰ ਕੈ ਕਾਰ ਕਮਾਵੇ। ਬਹੁਤ ਪ੍ਰੇਮ ਕਰਕੇ ਗੁਰੂ ਰਾਮਦਾਸ ਜੀ ਇਹ ਕਾਰ ਸੇਵਾ ਕਰ ਰਹੇ ਨੇ। ਧਰਹਿ ਟੋਕਰੀ ਸਿਰ ਨਿਕਸਾਵੇ। ਸਿਰ ਦੇ ਉੱਤੇ ਟੋਕਰੀ ਧਰ ਕੇ ਮਿੱਟੀ ਜਿਹੜੀ ਹੈ ਉਹ ਬੌਲੀ ਵਿੱਚੋਂ ਬਾਹਰ ਲਿਆ ਰਹੇ ਹੈ। ਨਿਜ ਕੁਲ ਕੀ ਲੱਜਾ ਕੋ ਪਰ ਹਰ। ਆਪਣੀ ਵੱਡੀ ਕੁਲ ਦੀ ਵੀ ਲੱਜਾ, ਨਹੀਂ ਤਾਂ ਲੋਕਾਂ ਨੂੰ ਕੁਲ ਲੱਜਾ, ਧਨ ਲੱਜਾ, ਅਹੁਦੇ ਦੀ ਲੱਜਾ, ਸਮਾਜ ਦੀ ਲੱਜਾ, ਇਹ ਲੱਜਾ ਹੀ ਸ਼ਰਮਾਂ ਹੀ ਮਾਰ ਜਾਂਦੀਆਂ। ਲੈ ਮੈਂ ਹੀ ਕਰੂੰਗਾ, ਲੋਕੀ ਕੀ ਕਹਿਣਗੇ। ਇਹ ਸਾਰਾ ਕੁਝ ਫਿਰ ਗੁਰਮੁਖੋ ਬੀਬੀ ਭਾਨੀ ਜੀ ਦੇ ਪਤੀ ਨੇ ਗੁਰੂ ਰਾਮਦਾਸ ਜੀ ਉਸ ਸਮੇਂ। ਦੇਖੋ ਇਹ ਵੀ ਹੈ ਭਾਈ ਜੇਠਾ ਜੀ ਦੇ ਰੂਪ ਵਿੱਚ। ਉਹ ਵੀ ਤੁਸੀਂ ਇਹ ਵੀ ਲੱਜਾ ਹੈ ਨਾ ਕਿ ਲੋਕੀ ਕਹਿੰਦੇ ਜਵਾਈ ਹੈ। ਤਾਂ ਇਹ ਸਾਰੀਆਂ ਲੱਜਾਂ ਨੂੰ ਦੂਰ ਕਰਕੇ ਸਨ ਬੰਧਨ ਕੀ ਆਨ ਨਹੀਂ ਧਰ। ਕੋਈ ਆਪਣੇ ਸੰਬੰਧੀ ਰਿਸ਼ਤੇਦਾਰਾਂ ਦੀ ਵੀ, ਸੰਬੰਧੀਆਂ ਦੀ ਵੀ ਕੋਈ ਆਨ ਕਨੌੜ ਨਹੀਂ ਧਰੀ ਹੈ। ਸਭ ਜਗ ਕੀ ਰਾਖੈ ਨਹੀਂ ਕਾਨ। ਸਾਰੇ ਜਗਤ ਦੀ ਹੋਈ ਕਿਸੇ ਦੀ ਕੋਈ ਕਾਨ ਕਨੌੜ ਨਹੀਂ ਰੱਖੀ। ਸੇਵਾ ਕੇ ਤਤ ਪਰ ਸਾਵਧਾਨ। ਬਸ ਸੇਵਾ ਵਿੱਚ ਸਾਵਧਾਨ ਹੋ ਕੇ ਤਤਪਰ ਹਨ। ਖੇਦ ਸਰੀਰ ਨ ਸੋ ਨਹੀਂ ਵਿਚਾਰੈ।
ਫਿਰ ਸਰੀਰ ਦੀ ਥਕਾਵਟ ਵੀ ਉਹ ਵੀ ਨਹੀਂ ਵਿਚਾਰਦੇ ਹਨ। ਪ੍ਰੇਮਾ ਭਗਤ ਰਾਤ ਦਿਨ ਧਾਰੈ, ਰਾਤ ਦਿਨ ਪ੍ਰੇਮਾ ਭਗਤੀ ਹਿਰਦੇ ਅੰਦਰ ਧਾਰਦੇ ਨੇ। ਸ੍ਰੀ ਗੁਰ ਪੂਰਨ ਅੰਤਰ ਜਾਮੀ, ਸ੍ਰੀ ਗੁਰੂ ਅਮਰਦਾਸ ਜੀ ਪੂਰਨ ਸਤਿਗੁਰੂ ਅੰਤਰਜਾਮੀ ਅੰਦਰ ਦੀ ਜਾਣਨ ਵਾਲੇ। ਤਿਸ ਕੀ ਲਖੈ ਸੇਵ ਸਭ ਸੁਆਮੀ, ਇਉਂ ਭਾਈ ਮਾਲਕ ਸਾਰੀ ਸੇਵਾ ਨੂੰ ਗੁਰੂ ਰਾਮਦਾਸ ਜੀ ਦੀ ਜੋ ਸੇਵਾ ਹੈ ਉਸ ਨੂੰ ਜਾਣਦੇ ਹਨ। ਔਰ ਪਰਪੱਕ ਪ੍ਰੇਮ ਕੇ ਰੂਰਾ, ਇਹ ਜਾਣਦੇ ਹਨ ਕਿ ਬਹੁਤ ਸੁੰਦਰ ਪ੍ਰੇਮ ਵਿੱਚ ਹਿਰਦਾ ਪਰਪੱਕ ਹੈ, ਹਿਰਦੇ ਵਿੱਚ ਪਰਪੱਕ ਪ੍ਰੇਮ ਸੁੰਦਰ ਪ੍ਰੇਮ ਹੈ। ਸ਼ਰਧਾ ਸੁਮਤ ਸੰਗ ਭਰਪੂਰਾ, ਇਹ ਵੀ ਜਾਣਦੇ ਨੇ ਸ਼ਰਧਾ ਬਹੁਤ ਹੈ, ਸ੍ਰੇਸ਼ਟ ਮਤ ਵਾਲੇ ਸ਼ੁਭ ਮਤ ਨਾਲ ਭਰਪੂਰ ਹਨ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ, ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਤ੍ਰਿਤੀਯ ਮਹੱਲੇ ਤੀਜੇ ਮਹੱਲੇ ਦਾ ਸ੍ਰੀ ਬਾਵਲੀ ਰਚਨ ਪ੍ਰਸੰਗ ਵਰਣਨ, ਬੌਲੀ ਸਾਹਿਬ ਰਚਨ ਦਾ ਇਹ ਪ੍ਰਸੰਗ ਵਰਣਨ ਕੀਤਾ। ਨਾਮ 10ਵਾਂ ਮੰਦਰਾ, 10ਵੇਂ ਘਰ ਦਾ ਇਹ ਪ੍ਰਸੰਗ ਹੈ। ਦੋਹਰਾ ਅੱਗੇ 11ਵੇਂ ਘਰ ਦਾ ਪ੍ਰਸੰਗ ਦੱਸ ਰਹੇ। ਪਰਮ ਲਾਭ ਸ੍ਰੀ ਰਾਮਦਾਸ, ਜਾਣੈ ਸੇਵਾ ਕੇਰ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸੇਵਾ ਦੇ ਵਿੱਚ ਵੱਡਾ ਲਾਭ ਜਾਣ ਰਹੇ ਹਨ। ਨਿਰਹੰਤਾ ਸੇਵਾ ਕਰੈ, ਰੈਨ ਦਿਵਸ ਬਿਨ ਬੇਰ। ਹੁਣ ਨਿਰਹੰਤਾ, ਕੋਈ ਅੰਦਰ ਹੰਤਾ ਹੰਕਾਰ ਹਉਮੈ ਭਾਵ ਨਹੀਂ ਹੈ ਕਿ ਮੈਂ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜਵਾਈ ਹੈ, ਇਹ ਵੀ ਕੋਈ ਹਨ ਨਹੀਂ। ਸੇਵਕ ਜਾਣ ਕਰਕੇ, ਜਾਂ ਮੇਰੀ ਸੋਢ ਕੁੱਲ ਬਹੁਤ ਉੱਚੀ ਕੁੱਲ ਹੈ, ਇਸ ਦਾ ਵੀ ਨਹੀਂ। ਸਾਰਾ ਕੁਝ ਭਾਈ ਦੂਰ ਕਰਕੇ ਸੇਵਾ ਦਿਨ ਰਾਤ ਬਿਨਾਂ ਦੇਰੀ ਤੋਂ ਕਰ ਰਹੇ ਹਨ। ਚੌਪਈ ਲਵਪੁਰ ਨਰ ਜਾਤਰ ਗਨ ਗੰਗਾ, ਇਉਂ ਜਿਹੜੇ ਲਾਹੌਰ ਦੇ ਲੋਕੀ ਬਹੁਤ ਜਿਹੜੇ ਸਨ ਯਾਤਰੀ, ਉਹ ਗੰਗਾ ਨੂੰ ਜਾਂਦੇ। ਆਏ ਕਰਿਓ ਡੇਰਾ ਥਲ ਚੰਗਾ, ਉਹਨਾਂ ਲਾਹੌਰ ਦਿਆਂ ਨੇ ਵੀ ਇੱਥੇ ਆ ਕੇ ਭਾਈ ਸੋਹਣਾ ਸਥਾਨ ਵੇਖਿਆ ਤੇ ਡੇਰਾ ਕਰ ਲਿਆ ਹੈ। ਬਹੁਸਨ ਬੰਦੀ ਹੈ ਤਿਨ ਮਾਹੇ, ਉਹਦੇ ਵਿੱਚ ਬਹੁਤ ਸਾਕ ਸੰਬੰਧੀ ਜਿਹੜੇ ਆ ਸਕੇ ਸੋਦਰੇ ਉਹ ਵੀ ਹਨ। ਰਾਮਦਾਸ ਕੇ ਮੇਲੀ ਆਹੇ, ਜੋ ਕਿ ਗੁਰੂ ਰਾਮਦਾਸ ਮਹਾਰਾਜ ਦੇ ਪਰਿਵਾਰਕ ਸੰਬੰਧੀ ਵੀ ਹੈ, ਜਿਵੇਂ ਸਕੇ ਹੁੰਦੇ ਅੱਗੇ ਦੀ ਅੱਗੇ ਕੁੱਲ ਵਾਲੇ, ਤੇ ਹੋਰ ਨਾਲ ਮੇਲੀ ਜਿਹੜੇ ਜਾਣ ਪਛਾਣ ਵਾਲੇ ਹਮ ਉਮਰ ਹਨ। ਕੋ ਗਿਆਤੀ ਭਰਾਤਾ ਹੈ ਕਿ, ਕੋਈ ਜਾਣਕਾਰ ਹੈ, ਕੋਈ ਭਾਈ ਰਿਸ਼ਤੇ ਵਿੱਚੋਂ ਘਰਾਂ ਦੇ ਵਿੱਚੋਂ ਭਰਾ ਲੱਗਦਾ ਹੈ। ਸੋਢ ਬੰਸ ਕੇ ਨਰ ਬਰਸੇ, ਬਰਸੇ ਬਰ ਕਹੀਏ ਸ੍ਰੇਸ਼ਟ, ਸੋਢ ਬੰਸ ਦੇ ਉਹ ਸ੍ਰੇਸ਼ਟ ਲੋਕ ਹਨ। ਕੇਤਕ ਤਿਨ ਮਹਿ ਸਖਾ ਸੁਬੈਸ, ਕੋਈ ਉਹਨਾਂ ਦੇ ਵਿੱਚ ਭਾਈ ਸਖਾ ਮਿੱਤਰ ਹੈ, ਕੋਈ ਸੁਬੈਸ ਹਮ ਉਮਰ ਹੈ। ਕੇਤਕ ਪ੍ਰਥਮ ਪੜੋਸੀ ਹੈਸ, ਕੋਈ ਉਹਨਾਂ ਵਿੱਚ ਉਹ ਹੈ ਜਿਹੜੇ ਪਹਿਲਾਂ ਗੁਆਂਢੀ ਰਹੇ ਹਨ। ਕਹਿਤ ਪਰਸ ਪਰ ਮਿਲ ਕੈ ਬ੍ਰਿੰਦ, ਆਪਸ ਵਿੱਚ ਸਾਰੇ ਜਾਣੇ ਮਿਲ ਕੇ ਇਉਂ ਕਹਿੰਦੇ। ਇਹਾਂ ਬਸੈ ਹਰਦਾਸ ਜੋ ਨੰਦ, ਕਹਿੰਦੇ ਭਾਈ ਜਿਹੜਾ ਆਪਣੇ ਉਹ ਬਜ਼ੁਰਗ ਹਰਦਾਸ ਸੀ, ਬਾਬੇ ਹਰਦਾਸ ਦਾ ਇੱਥੇ ਪੁੱਤਰ ਜਿਹੜਾ ਉਹ ਰਹਿੰਦਾ, ਇੱਥੇ ਰਹਿੰਦਾ ਹੈ, ਜਿਹਨੂੰ ਆਪਾਂ ਜੇਠਾ ਜੇਠਾ ਕਹਿੰਦੇ ਸੀ। ਗੁਰੂ ਰਾਮਦਾਸ ਮਹਾਰਾਜ ਦਾ ਨਾਂ ਆਮ ਪਹਿਲਾਂ ਪ੍ਰਚਲਿਤ, ਜਿਵੇਂ ਕੱਚੇ ਨਾਂ ਹੋ ਜਾਂਦੇ ਆ, ਆਮ ਦੁਨੀਆ ਰੱਖ ਲੈਂਦੀ ਹੈ ਛੋਟੇ ਜਾਂ, ਉਹ ਜੇਠਾ ਨਾਮ ਸੀ। ਨਾਂ ਤਾਂ ਪਹਿਲਾਂ ਤੋਂ ਹੀ ਰਾਮਦਾਸ ਸੀ। ਕਹਿੰਦੇ ਉਹ ਬਾਬੇ ਹਰਦਾਸ ਦਾ ਪੁੱਤਰ ਰਾਮਦਾਸ ਜੀ ਨੂੰ ਜੇਠਾ ਕਹਿੰਦੇ ਆ, ਉਹ ਇੱਥੇ ਵਸਦਾ ਹੈ। ਸ੍ਰੀ ਗੁਰ ਅਮਰ ਲੀਨ ਗੁਰ ਆਈ, ਇਹ ਜਿਹੜਾ ਨਗਰ ਹੈ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ
ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਗੁਰਿਆਈ ਪ੍ਰਾਪਤ ਕਰਕੇ ਨਗਰੀ ਗੋਇੰਦਵਾਲ ਬਸਾਈ। ਆ ਜਿਹੜੀ ਗੋਇੰਦਵਾਲ ਨਗਰੀ ਹੈ ਉਹਨਾਂ ਨੇ ਬਸਾਈ ਹੈ। ਗੁਰ ਕੇ ਹੋਇ ਆਨੰਦ ਸੁਖ ਲਹਿਓ। ਉਹ ਭਾਈ ਇੱਥੇ ਗੁਰੂ ਕਾ ਹੋ ਗਿਆ, ਰਿਸ਼ਤਾ ਪੈ ਗਿਆ, ਬੜਾ ਆਨੰਦ ਸੁਖ ਲੈ ਲਿਆ। ਘਰ ਸਸੁਰਾਰ ਆਨ ਸੋ ਰਹਿਓ। ਇਸ ਕਰਕੇ ਉਹ ਇੱਥੇ ਸਹੁਰੇ ਘਰ ਦੇ ਵਿੱਚ ਆ ਕੇ ਰਹਿੰਦਾ ਹੈ। ਇਨ ਚਾਚੇ ਕੋ ਸੁਤ ਸੰਹਾਰੀ। ਇਹਦਾ ਜਿਹੜਾ ਚਾਚਾ ਹੈ ਉਹਦਾ ਪੁੱਤਰ ਹੈ ਸੰਹਾਰੀ। ਭਾਵ ਜਿਹੜਾ ਗੁਰੂ ਸਾਹਿਬ ਦੇ ਚਾਚੇ ਦਾ ਪੁੱਤਰ ਸੀ ਸੰਹਾਰੀ ਮੱਲ, ਉਹ ਲਾਹੌਰ ਹੀ ਰਹਿੰਦਾ ਸੀ। ਉਸੇ ਦੇ ਪੁੱਤਰ ਦੇ ਵਿਆਹ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਤੋਰਿਆ ਸੀ ਗੁਰੂ ਰਾਮਦਾਸ ਜੀ ਨੇ। ਉਸ ਸਮੇਂ ਗੱਲਾਂ ਕਰਦੇ ਨੇ ਚਾਚੇ ਕੋ ਸੁਤ ਸੰਹਾਰੀ, ਕਿ ਉਹਨਾਂ ਦੇ ਚਾਚੇ ਦਾ ਪੁੱਤਰ ਜਿਹੜਾ ਸੰਹਾਰੀ ਮੱਲ ਹੈ। ਪਿਤ ਸਥਾਨ ਲਵਪੁਰੀ ਸੰਭਾਰੀ। ਉਹਨੇ ਪਿਤਾ ਦੇ ਜਗ੍ਹਾ ਤੇ ਉਹ ਲਾਹੌਰ ਵਾਲਾ ਜਿਹੜਾ ਘਰ ਹੈ, ਜਗ੍ਹਾ ਹੈ, ਸਭ ਉਹ ਪੁਰੀ ਨੂੰ ਸੰਭਾਲਿਆ। ਉਹ ਉੱਥੇ ਰਹਿੰਦੇ ਹਨ। ਆਨ ਬਸਿਓ ਇਹੋ ਤਾਜਪੁਰ ਭਲੋ। ਕਹਿੰਦੇ ਦੇਖੋ ਵਧੀਆ ਹੋਰ ਸ਼ਹਿਰ ਲਾਹੌਰ ਉਹਨੂੰ ਛੱਡ ਕਰਕੇ ਇਹ ਇੱਥੇ ਆ ਬਸਿਆ ਹੈ। ਦੇਖੈ ਹੈ ਕਹਾਂ ਹਾਲ ਅਬ ਚੱਲੋ। ਚਲੋ ਆਪਾਂ ਵੇਖਦੇ ਹਾਂ ਕਿ ਉਹਦਾ ਹਾਲ ਚਾਲ ਕੀ ਹੈ। ਇਤਿਆਦਿਕ ਕਹਿ ਆਪਸ ਮਹੀਆ। ਇਉਂ ਜਿਹੜੇ ਲਾਹੌਰ ਵਾਲੇ ਉਹ ਯਾਤਰੀ ਸਨ ਆਪਸ ਦੇ ਵਿੱਚ ਗੱਲਾਂ ਕਰਦੇ ਹਨ। ਸਨੇ ਸਨੇ ਆਵਤ ਭੇ ਤਹੀਆ। ਹੌਲੀ ਹੌਲੀ ਚੱਲਦੇ ਫਿਰ ਇਸ ਜਗ੍ਹਾ ਤੇ ਆ ਗਏ ਜਹਾਂ ਕਾਰ ਬਾਪੀ ਸੋ ਕਮਾਵੇ ਹੈ, ਜਿੱਥੇ ਗੁਰੂ ਰਾਮਦਾਸ ਜੀ ਬੌਲੀ ਦੀ ਸੇਵਾ ਕਰ ਰਹੇ ਹਨ। ਧਰੇ ਟੋਕਰੀ ਸਿਰ ਪਰ ਆਵੇ। ਕੀ ਵੇਖਦੇ ਆ, ਸਿਰ ਦੇ ਉੱਤੇ ਟੋਕਰੀ ਧਰੀ ਹੋਈ ਹੈ ਮਿੱਟੀ ਦੀ, ਆ ਰਹੇ ਹਨ। ਸਭਨ ਬਿਲੋਕਿਓ ਸਨਮੁਖ ਆਵਤ। ਸਾਰਿਆਂ ਨੇ ਵੇਖਿਆ ਉਹ ਸਾਹਮਣੇ ਆਉਂਦੇ ਆ ਆਪਣੇ, ਤੇ ਉਹ ਹੈਰਾਨੀ ਜੀ ਵੀ ਹੋਈ ਤੇ ਇਹੋ ਜਿਹੀਆਂ ਗੱਲਾਂ ਵੀ ਕਰਦੇ ਜਦੋਂ ਵੇਖਿਆ। ਸਿਰ ਤੇ ਮ੍ਰਿਤਕਾ ਤਾਂ ਗਿਰਾਵਤ, ਕਿ ਸਿਰ ਦੇ ਉੱਤੇ ਟੋਕਰੀ ਮਿੱਟੀ ਦੀ ਰੱਖੀ ਉਹ ਲਿਆ ਕੇ ਸੁੱਟ ਰਹੇ ਹਨ। ਵੇਖ ਸਭ ਕੋ ਸਨਮੁਖ ਹੋਏ ਕਰਕੇ। ਇਉਂ ਵੇਖ ਕੇ ਸਾਰੇ ਸਾਹਮਣੇ ਹੋ ਕਰਕੇ ਜੈ ਸਤਿਗੁਰ ਤਿਨ ਸਾਥ ਉਚਰ ਕੇ। ਇਉਂ ਫਿਰ ਜੈ ਸਤਿਗੁਰੂ, ਗੁਰੂ ਸਾਹਿਬ ਦੀ ਜੈ ਜੈਕਾਰ, ਜਿਵੇਂ ਆਪੋ ਆਪਾਂ ਹੁਣ ਫਤਿਹ ਬੁਲਾਉਨੇ ਆ, ਉਦੋਂ ਜੋ ਮਰਜ਼ਾਦਾ ਸੀ ਵਾਹਿਗੁਰੂ ਸਤਨਾਮ ਜੈ ਗੁਰੂ ਦੀ ਕਹਿ ਕੇ ਇੱਕ ਦੂਜੇ ਨੂੰ ਪੈਰੀ ਪਵਣਾ ਕਰਕੇ ਸੰਗ, ਇੱਕ ਦੂਜੇ ਦੇ ਪੈਰੀ ਪੈਣਾ ਕਰਕੇ, ਕੋਈ ਵੱਡਾ ਹੈ ਉਹਦਾ ਸਤਿਕਾਰ ਕਰਨਾ। ਇਹ ਭਾਈ ਗੁਰੂ ਰਾਮਦਾਸ ਜੀ ਗਹੇ ਟੋਕਰੀ ਖਰੋ ਨਿਸੰਗ। ਟੋਕਰੀ ਫਰਕਿਆ ਨਿਸੰਗ ਉੱਥੇ ਖੜੇ ਹਨ। ਹੋਤੇ ਜੋ ਬ੍ਰਿਧ ਬਿਲੋਕ ਰਸਾਨੇ। ਜਿਹੜੇ ਭਾਈ ਬਜ਼ੁਰਗ ਸੀ ਫਿਰ ਉਹ ਲਾਹੌਰ ਵਾਲੇ ਉਹ ਵੇਖ ਕੇ ਗੁੱਸੇ ਜੇ ਹੋਏ। ਕੇਤਕ ਦੇਖ ਦਸ਼ਾ ਮੁਸਕਾਨੇ। ਤੇ ਕਈ ਦੇਖ ਕੇ, ਕਿਉਂਕਿ ਮਿੱਟੀ ਸਰੀਰ ਤੇ ਵੀ ਲੱਗੀ ਹੋਈ ਹੈ, ਸੇਵਾ ਕਰਦਿਆਂ ਦੇ ਬਸਤਰ ਵੀ ਲਿਬੜੇ ਆ, ਉਹ ਦਸ਼ਾ ਵੇਖ ਕੇ ਹੱਸੇ ਹਨ। ਧੂਲ ਸਾਥ ਛਾਦਤ ਸਰਬੰਗਾ। ਕਿਉਂਕਿ ਧੂੜ ਮਿੱਟੀ ਦੇ ਨਾਲ ਸਾਰਾ ਹੀ ਸਰੀਰ ਛਾਦਤ ਕਹੀਏ ਢਕਿਆ ਪਿਆ, ਭਾਵ ਸਾਰੇ ਸਰੀਰ ਤੇ ਮਿੱਟੀ ਲੱਗੀ ਹੈ। ਬਸਤਰ ਮਲੀਨ ਕੁਢੰਗ ਕੁਰੰਗਾ। ਮੈਲੇ ਬਸਤਰ ਨੇ ਹੋਰ ਹੀ ਢੰਗ ਦੇ ਹੋਏ ਪਏ ਐ, ਮਿੱਟੀ ਲੱਗ ਕੇ ਕੁਰੰਗਾ ਚਿਹਰੇ ਤੇ ਵੀ ਜਿਹੜੇ ਮਿੱਟੀ ਲੱਗੀ ਹੋਈ ਹੈ। ਕਹਿਓ ਸਭਨ ਕੁਲ ਲੱਜਿਆ ਖੋਈ। ਸਾਰੇ ਕਹਿੰਦੇ ਇਹ ਤਾਂ ਸਾਰੇ ਕੁੱਲ ਦੀ ਹੋਈ ਲੱਜਿਆ ਸ਼ਰਮ ਖਤਮ ਕਰ ਦਿੱਤੀ। ਘਰ ਸਸੁਰਾਰ ਮ੍ਰਿਤ ਘਾਟ ਹੋਈ। ਆ ਜਿਹੜਾ ਸਹੁਰੇ ਘਰ ਆ ਕਿ ਮਿੱਟੀ ਦੀਆਂ ਟੋਕਰੀਆਂ ਢੋਂਦਾ ਹੈ। ਜਨਮਿਓ ਭਲੋ ਸੋਢੀ ਅਨਬੰਸ। ਦੇਖੋ ਜਨਮ ਕਿੱਡੀ ਵੱਡੀ ਕੁੱਲ ਸੋਢੀਆਂ, ਸੋਢੀਆਂ ਦੀ ਬੰਸ ਵਿੱਚ, ਭਲੀ ਬੰਸ ਵਿੱਚ ਜਨਮ ਹੋਇਆ ਹੈ। ਰਾਖੀ ਨਹੀਂ ਲਾਜ ਕੀ ਅੰਸ।
ਉਸ ਦੀ ਹੋਈ ਕਹਿੰਦੇ ਭਾਈ ਸ਼ਰਮ ਦੀ ਅੰਸ ਵੀ ਨਹੀਂ ਰੱਖੀ ਇਹਨਾਂ ਨੇ ਤਾਂ। ਹਮ ਸਭ ਕੀ ਪਤ ਦਈ ਗਵਾਏ, ਆ ਸਾਡੀ ਤਾਂ ਲਾਹੌਰ ਵਾਲਿਆਂ ਦੀ ਸਾਰਿਆਂ ਦੀ ਤੁਸੀਂ ਇੱਜ਼ਤ ਹੀ ਗਵਾ ਦਿੱਤੀ। ਭਲੋ ਨਿਕਾਸਿਓ ਨਾਮ ਸੁਆਏ, ਆ ਚੰਗਾ ਸਾਡਾ ਸੰਬੰਧੀਆਂ ਦਾ ਕੁੱਲ ਦਾ ਇੱਥੇ ਨਾਮ ਕੱਢਿਆ ਹੈ। ਇਤਿਆਦਿਕ ਤਿੰਨ ਬਾਕ ਬਖਾਨੇ, ਇਹੋ ਜਿਹੇ ਜਿਹੜੇ ਬਾਕ ਕਹੀਏ ਬੋਲ ਉਹਨਾਂ ਕਹਿਣੇ ਕੀਤੇ। ਸੁਨ ਸ੍ਰੀ ਰਾਮਦਾਸ ਮੁਸਕਾਨੇ, ਤੇ ਗੁਰੂ ਰਾਮਦਾਸ ਜੀ ਮਹਾਰਾਜ ਸੁਣ ਕੇ ਮੁਸਕਰਾਏ ਹਨ। ਕਹਿਓ ਸਭਨ ਕੋ ਜਾਣਤ ਨਾਹਿਨ, ਸਾਰਿਆਂ ਨੂੰ ਕਹਿੰਦੇ ਭਾਈ ਤੁਸੀਂ ਕੁਛ ਨਹੀਂ ਜਾਣਦੇ। ਸ੍ਰੀ ਸਤਿਗੁਰ ਮਹਿਮਾ ਸੁਖ ਦਾਹਿਨ, ਜੋ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਦੀ ਮਹਿਮਾ ਸੁਖ ਦਾਇਣ ਵਾਲੀ। ਏਕ ਬੇਰ ਹੈ ਰਹਿ ਕਰ ਕਰਨਾ, ਇੱਕ ਵਾਰੀ ਕਹਿੰਦੇ ਭਾਈ ਇਹ ਕਰਕੇ ਵੇਖ ਲੋ ਤੁਸੀਂ ਸਤਿਗੁਰੂ ਦੇ ਦਰ ਦੀ ਸੇਵਾ। ਕਟਹਿ ਕੋਟ ਸੰਕਟ ਭਵ ਮਰਨਾ, ਤਾਂ ਕਰੋੜਾਂ ਦੁੱਖ ਸੰਕਟ ਭੋਜਨ ਦਾ ਜਨਮ ਮਰਨੋਂ ਕੱਟਿਆ ਜਾਂਦਾ ਹੈ। ਪਰਮੇਸ਼ਰ ਕੀ ਪ੍ਰਾਪਤ ਦੇਤ, ਸਤਿਗੁਰੂ ਦੀ ਸੇਵਾ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਲੀ ਹੈ। ਜਿਸ ਹੈ ਅਰਾਧੇ ਜੋਗ ਸਮੇਤ, ਇਹ ਗੁਰੂ ਤੇ ਉਹ ਨੇ ਜਿਨ੍ਹਾਂ ਨੂੰ ਸਾਰੀ ਦੁਨੀਆ ਜੋਗ ਦੇ ਸਮੇਤ ਸਾਰੇ ਹੀ ਅਰਾਧਦੇ ਹਨ। ਕਿਸੂ ਕ੍ਰਿਤ ਤੇ ਜੋ ਨਹਿ ਪਈਅਤ, ਜਿਹੜਾ ਕੋਈ ਫਲ ਕਿਸੇ ਵੀ ਕਰਮ ਨਾਲ ਪ੍ਰਾਪਤ ਨਹੀਂ ਹੁੰਦਾ। ਸੋ ਸਤਿਗੁਰ ਢਿਗ ਸੋ ਗਮ ਲਭਈਅਤ, ਉਹ ਕਹਿੰਦੇ ਭਾਈ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਚ ਆ ਕੇ ਸੌਖਿਆਂ ਹੀ ਲੱਭ ਜਾਂਦਾ ਹੈ। ਜਿਨ ਕੀ ਸੇਵ ਨ ਬਿਰਥੀ ਜਾਏ, ਜੇ ਸਤਿਗੁਰੂ ਦੀ ਸੇਵਾ ਕੀਤੀ ਬੇਅਰਥ ਨਹੀਂ ਜਾਂਦੀ ਹੈ। ਮਨ ਬਾਂਛਤ ਸਗਰੇ ਫਲ ਪਾਏ, ਤੇ ਮਨ ਵਾਂਛਤ ਸਾਰੇ ਫਲ ਦੀ ਪ੍ਰਾਪਤੀ ਹੁੰਦੀ ਹੈ। ਇਨ ਕੀ ਸੇਵ ਕਰੈ ਨਹਿ ਜੋਇ, ਜਿਹੜਾ ਕੋਈ ਐਸੇ ਸਤਿਗੁਰੂ ਦੀ ਸੇਵਾ ਨਹੀਂ ਕਰਦਾ। ਤਿਨ ਸਮ ਕੌਣ ਮੰਦ ਮਤ ਹੋਏ, ਫਿਰ ਭਲਾ ਉਹਦੇ ਵਰਗਾ ਕਿਹੜਾ ਮਾੜੀ ਮੱਤ ਵਾਲਾ ਹੋ ਸਕਦਾ। ਉਹ ਤਾਂ ਸਭ ਤੋਂ ਮਾੜੀ ਮੱਤ ਵਾਲਾ ਜਿਹੜਾ ਸਤਿਗੁਰੂ ਦੀ ਸੇਵਾ ਨਾ ਕਰੇ। ਜਿਨ ਕੇ ਵੱਡੇ ਭਾਗ ਸ਼ੁਭ ਹੈ, ਗੁਰੂ ਰਾਮਦਾਸ ਮਹਾਰਾਜ ਉਹਨਾਂ ਨੂੰ ਕਹਿੰਦੇ ਭਾਈ ਸੁਣ ਲਓ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਹਨ। ਸੋ ਸਤਿਗੁਰ ਕੀ ਸੇਵਾ ਲਹੈ, ਉਹੀ ਸਤਿਗੁਰੂ ਦੀ ਸੇਵਾ ਪ੍ਰਾਪਤ ਕਰਦੇ ਹਨ। ਇਸ ਤੇ ਪਰੇ ਲਾਭ ਨਹਿ ਔਰ, ਇਹ ਤੋਂ ਅੱਗੇ ਤਾਂ ਹੋਰ ਕੋਈ ਲਾਭ ਹੀ ਨਹੀਂ ਹੈ। ਸਭ ਤੋਂ ਵੱਡਾ ਲਾਭ ਇਹੀ ਹੈ। ਹੋਏ ਗੁਰਦਾਸ ਸਭਨ ਸਿਰ ਮੋਰ, ਜਿਹੜਾ ਭਾਈ ਗੁਰੂ ਦਾ ਦਾਸ ਬਣ ਗਿਆ ਉਹ ਫਿਰ ਸਭਨ ਸਿਰ ਮੋਰ, ਸਾਰਿਆਂ ਦਾ ਸ਼੍ਰੋਮਣੀ ਬਣ ਜਾਂਦਾ, ਸਿਰਮੌਰ ਬਣ ਜਾਂਦਾ ਹੈ। ਹਿਤ ਕੀ ਬਾਤ ਤੈਨੋ ਸੰਗ ਕਹੀ, ਇਸ ਤਰ੍ਹਾਂ ਭਲੇ ਦੀ ਗੱਲ ਜਦੋਂ ਉਹਨਾਂ ਨੂੰ ਕਹੀ ਹੈ। ਕਰਤ ਕੁਤਰਕਨ ਮੰਨੈ ਨਹੀਂ, ਉਹ ਅੱਗੋਂ ਕੁਤਰਕਾਂ ਜੀਆਂ ਕਰਦੇ ਆ, ਮੰਨਦੇ ਨਹੀਂ ਹਨ। ਮੁਸ਼ਕਾਵਤ ਗੰਗਾ ਮਗ ਗਏ, ਐਵੇਂ ਮੁਸਕਰਾਉਂਦੇ ਜੇ ਹੋਏ ਗੰਗਾ ਵੱਲ ਚਲੇ ਗਏ, ਅੱਗੇ ਪੜਾ ਕਰਕੇ ਜਿੱਧਰ ਜਾਣਾ ਸੀ। ਮਹਾਦੀਨ ਰਾਮਦਾਸੈ ਲਏ, ਤੇ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਦੀਨ ਬਹੁਤ ਵੱਡੀ ਨਿਰਮਾਣਤਾ ਪ੍ਰਾਪਤ ਕੀਤੀ। ਜਾਣੀ ਜਾਣ ਗੁਰੂ ਸਭ ਜਾਨੀ, ਤੇ ਜਾਣੀ ਜਾਣ ਗੁਰੂ ਅਮਰਦਾਸ ਮਹਾਰਾਜ ਨੇ ਸਾਰੀ ਗੱਲ ਜਾਣ ਲਈ। ਲਵਪੁਰ ਯਾਤਰਨ ਕੀ ਜੋ ਕਹਾਣੀ, ਜਿਹੜੇ ਲਾਹੌਰ ਤੋਂ ਆਏ ਯਾਤਰੀ ਜਿਨ੍ਹਾਂ ਅੱਗੇ ਹਰਿਦੁਆਰ ਜਾਣਾ ਸੀ ਉਹਨਾਂ ਦੇ ਨਾਲ ਕੀ ਬੀਤੀ, ਕੀ ਗੱਲਾਂ ਬਾਤਾਂ ਹੋਈਆਂ, ਕੀ ਉਹ ਸੋਚਦੇ, ਕਹਾਣੀ ਸਭ ਜਾਣ ਲਈ। ਨਿਕਟ ਆਏ ਜਬ ਸ੍ਰੀ ਰਾਮਦਾਸ, ਜਦੋਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਕੋਲ ਆਏ। ਕਹਿਤ ਭਏ ਗੁਰ ਬਚਨ ਪ੍ਰਕਾਸ਼, ਤਾਂ ਗੁਰੂ ਸਾਹਿਬ ਜੀ ਨੇ ਪ੍ਰਤੱਖ ਬਚਨ ਕਿਹਾ।
ਕਰ ਸੇਵਾ ਮੁਝ ਕੋ ਬਸ ਕੀਨਾ। ਐ ਰਾਮਦਾਸ ਤੂੰ ਭਾਈ ਸੇਵਾ ਕਰਕੇ ਮੈਨੂੰ ਵਸ ਕਰ ਲਿਆ। ਉਚਿਤ ਬੜਾਈ ਹਮਨੇ ਚੀਨਾ। ਅਸੀਂ ਇਹ ਜਾਣਿਆ ਵੀ ਉੱਚੀ ਵਡਿਆਈ ਬਖਸ਼ਿਸ਼ ਕਰੀਏ। ਜੇ ਤੁਮ ਜਨਮ ਬੰਸ ਨਹਿ ਧਾਰੇ। ਇਹ ਜਾਣ ਲੈ ਤਾਂ ਵੱਡੀ ਉੱਚੀ ਵਡਿਆਈ ਹੈ ਜੇ ਤੂੰ ਇਸ ਸੋਢ ਬੰਸ ਵਿੱਚ ਜਨਮ ਨਾ ਲੈਂਦਾ। ਗਿਰਤੇ ਸੋਢੀ ਨਰਕ ਮਝਾਰੇ। ਇਹ ਸਾਰੇ ਸੋਢੀ ਨਰਕਾਂ ਵਿੱਚ ਜਾ ਡਿੱਗਣੇ ਸੀ, ਕੁੱਲ ਧਾਰ ਦਿੱਤੀ। ਤਬ ਸ੍ਰੀ ਰਾਮਦਾਸ ਸੁਨ ਬਾਣੀ। ਤਦ ਫਿਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਸਾਹਿਬ ਦੇ ਬਚਨ ਸੁਣੇ। ਗੁਰ ਚਰਨਨ ਪਰ ਬੰਦਨ ਠਾਨੀ। ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਬੰਦਨਾ ਕੀਤੀ। ਕਰਹਿ ਕਾਰ ਧਰ ਚੌਪ ਚਰੂਨੇ। ਇਉਂ ਭਾਈ ਜਿਹੜੀ ਕਾਰ ਸੇਵਾ ਕਰਦੇ ਨੇ, ਕਾਰ ਧਰ ਚੌਪ ਜਿਹੜਾ ਚਰੂਨੇ ਚੌਗਣਾ ਚਾ ਧਾਰ ਕੇ ਹੋਰ ਸੇਵਾ ਕਰਨ ਲੱਗੇ। ਲੋਕ ਲਾਜ ਤੇ ਹੋਏ ਬਿਹੂਨੇ। ਲੋਕ ਲਾਜ ਛੱਡਤੀ, ਲੋਕ ਲਾਜ ਵੱਲੋਂ ਬਿਹੂਨੇ ਦੂਰ ਹੋ ਗਏ, ਖਾਲੀ ਹੋ ਗਏ, ਭਾਵ ਕੋਈ ਅੰਦਰ ਲੋਕ ਲੱਜਾ ਦੀ ਗੱਲ ਨਹੀਂ। ਦੋਹਰਾ ਅਤ ਆਚਾਰੀ ਬੈਸਨੋ। ਮਾਈ ਦਾਸ ਸੋ ਨਾਮ। ਹੁਣ ਪ੍ਰਸੰਗ ਹੋਰ ਦੱਸਦੇ ਨੇ ਕਿ ਇੱਕ ਭਾਈ ਅਤ ਆਚਾਰੀ, ਇੱਕ ਬਹੁਤ ਵੱਡਾ ਆਚਾਰੀ ਕਹੀਏ, ਕਰਮਕਾਂਡੀ। ਜਿਵੇਂ ਵੇਦਾਂ ਦੇ ਵਿੱਚ ਅਧਿਆਏ ਆ, ਉਹਦੇ ਵਿੱਚ ਕਰਮ ਕਾਂਡ ਦੱਸੇ ਨੇ, ਕਿਹੜਾ ਕਰਮ ਕਿਵੇਂ ਕਰਨਾ, ਕਦੋਂ ਕਰਨਾ, ਕੀ ਇਹਦਾ ਪਵਿੱਤਰਤਾ ਕੀ ਹੈ, ਸਾਰਾ ਕੁਝ। ਜਿਵੇਂ ਹੁਣ ਆਮ ਆਪਾਂ ਕਹਿੰਦੇ ਫਲਾਣਾ ਕਰਮਕਾਂਡੀ, ਕਰਮਕਾਂਡ ਵੀ ਇੱਕ ਅਧਿਆਏ ਹੈ, ਇਹ ਤੋਂ ਸ਼ੁਰੂਆਤ ਹੁੰਦੀ ਹੈ। ਇਹ ਵੀ ਇੱਕ ਸ਼ੁਰੂਆਤੀ ਦੌਰ ਹੈ ਨਾ ਕਰਮਕਾਂਡ। ਜਿਵੇਂ ਹੁਣ ਆਪਾਂ ਫਰਜ਼ ਨਿਭਾਉਣੇ ਆ ਨਿਤਨੇਮ ਦੇ, ਹੋਰ ਕਿਆ ਕਰਮ ਹੈ, ਇਹਨੂੰ ਇਸ ਤਰੀਕੇ ਨਾਲ ਕਰਨਾ, ਉਹਨੂੰ ਕਰਮਕਾਂਡ ਕਹਿ ਦਿੰਦੇ ਆ। ਤੇ ਉਹ ਵੱਡਾ ਕਰਮਕਾਂਡੀ ਸੀ, ਵੈਸ਼ਨਵ ਮਤ ਦਾ ਸਾਧੂ ਸੀ। ਮਾਈ ਦਾਸ ਸੋ ਨਾਮ, ਉਹਦਾ ਨਾਂ ਮਾਈ ਦਾਸ ਸੀ। ਭਗਤ ਕਰਤ ਸ੍ਰੀ ਕ੍ਰਿਸ਼ਨ ਕੀ। ਪ੍ਰੇਮ ਸਹਿਤ ਨਿਸ਼ਕਾਮ। ਉਹ ਸ੍ਰੀ ਕ੍ਰਿਸ਼ਨ ਭਗਵਾਨ ਦੀ ਭਗਤੀ ਕਰਦਾ ਸੀ, ਬਹੁਤ ਪ੍ਰੇਮ ਤੇ ਨਿਸ਼ਕਾਮਤਾ ਦੇ ਨਾਲ। ਚੌਪਈ ਤੈਨ ਸ੍ਰੀ ਅਮਰ ਮਹਾਤਮ ਸੁਨਿਓ। ਉਹਨੇ ਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਮਹੱਤਮ ਸੁਣਿਆ। ਬਹੁ ਗੁਰ ਸਿੱਖਨ ਤੇ ਸੋ ਭਨਿਓ। ਗੁਰੂ ਸਾਹਿਬ ਦੀ ਮਹਿਮਾ ਬਹੁਤ ਗੁਰਸਿੱਖਾਂ ਨੇ ਉਹਦੇ ਕੋਲ ਕੀਤੀ। ਚਾਹਤ ਦਰਸ਼ਨ ਕੋ ਦਿਨ ਬੀਤੇ। ਇਉਂ ਦਰਸ਼ਨਾਂ ਦੀ ਚਾਹਨਾ ਹੋ ਗਈ ਮਾਈ ਦਾਸ ਵੈਸ਼ਨੋ ਸਾਧੂ ਦੇ ਅੰਦਰ। ਦਰਸ਼ਨਾਂ ਦੀ ਚਾਹਨਾ ਵਿੱਚ ਹੀ ਬਹੁਤ ਦਿਨ ਬੀਤ ਗਏ। ਕਬ ਕਬ ਚੱਲਣ ਠਟੈ ਨਿਜ ਚੀਤੇ। ਕਦੇ ਕਦੇ ਇਉਂ ਚਿੱਤ ਵਿੱਚ ਚਿਤਵਦਾ ਚੱਲੀਏ, ਫੇਰ ਸਮਾਂ ਲੰਘ ਜਾਂਦਾ ਹੈ। ਸਮੋ ਪਾਏ ਗੁਰ ਕੇ ਪੁਰ ਆਇਓ। ਇਹ ਸਮਾਂ ਪ੍ਰਾਪਤ ਹੋਇਆ, ਗੁਰੂ ਸਾਹਿਬ ਦੀ ਨਗਰੀ ਵਿੱਚ ਆਇਆ ਹੈ। ਥਿਰਿਓ ਪੌਰ ਪਰ ਪੂਛ ਪਠਾਇਓ। ਤੇ ਉੱਥੇ ਬੈਠ ਗਿਆ ਦਰਵਾਜ਼ੇ ਪਰ, ਪੁੱਛ ਕੇ ਪੂਛ ਪਠਾਇਓ, ਪੁੱਛਣ ਵਾਸਤੇ ਭੇਜਿਆ। ਸੁਨ ਸ੍ਰੀ ਅਮਰ ਨੇਮ ਨਿਜ ਭਾਖਿਓ। ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛਿਆ ਦਰਸ਼ਨ ਕਰਨੇ ਆ, ਤੇ ਗੁਰੂ ਅਮਰਦਾਸ ਜੀ ਨੇ ਸੁਣ ਕੇ ਨੇਮ ਜਿਹੜੀ ਮਰਜ਼ਾਦਾ ਸੀ ਗੋਇੰਦਵਾਲ ਸਾਹਿਬ ਦੀ, ਉਹ ਪਹਿਲਾਂ ਦੱਸਤੀ। ਹਰ ਨਵੇਂ ਆਏ ਲਈ ਇਹ ਮਰਜ਼ਾਦਾ ਹੁੰਦੀ ਸੀ। ਜੇ ਮਨ ਤਬ ਦਰਸ਼ਨ ਅਬ ਲਾਖਿਓ। ਮਹਾਰਾਜ ਨੇ ਭਾਈ ਬੱਲੂ ਜੀ ਨੂੰ ਕਹਿਤਾ, ਉਹਨੂੰ ਕਹਿ ਦਿਓ ਵੀ ਜੇ ਤੇਰੇ ਮਨ ਵਿੱਚ ਦਰਸ਼ਨਾਂ ਦੀ ਅਭਿਲਾਸ਼ਾ ਹੈ, ਕਰੋ ਦੇਗ ਤੇ ਭੋਜਨ ਜਾਏ। ਉਹਨੂੰ ਕਹੇ ਵੀ ਲੰਗਰ ਵਿੱਚ ਜਾ ਕੇ ਪਹਿਲਾਂ ਪ੍ਰਸ਼ਾਦਾ ਛਕੇ, ਪੰਗਤ ਵਿੱਚ ਬਹਿ ਕੇ। ਹੋਏ ਤ੍ਰਿਪਤ ਪੁਨ ਹਮ ਢਹਿ ਆਏ। ਐਨ ਤ੍ਰਿਪਤ ਹੋ ਕੇ ਫੇਰ ਉਹ ਸਾਡੇ ਕੋਲ ਆਵੇ। ਮਾਈ ਦਾਸ ਸੁਨ ਭਇਓ ਸੰਦੇਹ। ਭਾਈ ਬੱਲੂ ਜੀ ਨੇ ਦੱਸਤਾ, ਇਹ ਸਾਧੂ ਮਾਈ ਦਾਸ ਵੈਸ਼ਨੋ ਮਹਾਰਾਜ ਦਾ ਭਾਈਆ ਹੁਕਮ ਹੈ,
ਚੱਲ ਜਾ ਕੇ ਜੇ ਦਰਸ਼ਨ ਕਰਨੇ ਜਾ ਲੰਗਰ ਵਿੱਚ ਪਹਿਲਾਂ ਪ੍ਰਸ਼ਾਦਾ ਛਕ। ਸੁਣ ਕੇ ਉਹਦੇ ਮਨ ਵਿੱਚ ਸ਼ੰਕਾ ਪੈਦਾ ਹੋਇਆ ਮਾਈ ਦਾਸ ਦੇ, ਬਿਨ ਸੰਜਮ ਤੇ ਇਨਕੇ ਗ੍ਰੇਹ, ਵੀ ਇੱਥੇ ਕੋਈ ਸੰਜਮ ਨਹੀਂ, ਇੱਥੇ ਤੇ ਸਾਰੇ ਉੱਥੇ ਬੈਠੇ ਉਵੇਂ ਛਕੀ ਜਾਂਦੇ, ਕੋਈ ਚੌਂਕਾ ਨਹੀਂ ਤਿਆਰ ਕਰਦੇ, ਕੋਈ ਵੇਦ ਮੰਤਰ ਪੜ੍ਹ ਕੇ ਲਿਪਾ ਪੋਚੀ ਕਰਕੇ ਮਰਜ਼ਾਦਾ ਨਾਲ ਕਿੰਨਾ ਚੁੱਲ੍ਹਾ ਫਿਰ ਅੜਨੀ ਦੀ ਲੱਕੜ ਲਿਆਉਣੀ ਹੈ, ਉਹਦੇ ਨਾਲ ਬਣਾਉਣਾ ਹੈ ਖਾਣਾ, ਫੇਰ ਹੀ ਉਹ ਪਵਿੱਤਰਤਾ ਹੋ। ਇਸ ਤਰ੍ਹਾਂ ਬਿਨ ਸੰਜਮ ਤਿਨ ਕੇ, ਇੱਥੇ ਇਹਨਾਂ ਦੇ ਘਰ ਵਿੱਚ ਤਾਂ ਇਹੋ ਜਿਹੇ ਕੋਈ ਸੰਜਮ ਨਹੀਂ ਹੈ। ਹਉ ਤੋ ਆਹਾਰ ਅਚੋ ਨਹਿ ਐਸੀ, ਮੈਂ ਤਾਂ ਇਸ ਤਰ੍ਹਾਂ ਜਿਵੇਂ ਲੰਗਰ ਤਿਆਰ ਹੁੰਦਾ ਬੈਠ ਕੇ ਛਕੀ ਜਾਂਦੇ ਆ ਸਾਰੇ, ਇਉਂ ਪ੍ਰਸ਼ਾਦਾ ਲੰਗਰ ਨਹੀਂ ਛਕ ਸਕਦਾ। ਮੇਰੀ ਕਿਰਿਆ ਰਹਿ ਸੁਚ ਜੈਸੀ, ਮੈਂ ਤੇ ਉਹ ਕਰਾਂਗਾ ਜਿਸ ਤਰ੍ਹਾਂ ਮੇਰੀ ਇਹ ਜਿਹੜੀ ਕਿਰਿਆ ਹੈ ਇਹ ਸੁੱਚ ਰਹਿ ਜੇ, ਪਵਿੱਤਰਤਾ ਰਹਿ ਜਾਵੇ। ਸੋ ਵਿਧ ਕਰਨਾ ਅਬ ਬਨ ਆਵੈ, ਉਸ ਤਰੀਕੇ ਨਾਲ ਹੀ ਮੈਨੂੰ ਤੇ ਹੁਣ ਕਰਨਾ ਬਣ ਆਉਂਦਾ ਹੈ। ਸੁੱਚ ਬਿਨ ਦਰਸ਼ਨ ਕਿਆ ਫਲ ਪਾਵੈ, ਜੇ ਸੁੱਚਮ ਹੀ ਨਹੀਂ ਹੈ, ਸੁੱਚਮ ਤੋਂ ਬਿਨਾਂ ਦਰਸ਼ਨ ਕਰਨ ਦਾ ਫਲ ਵੀ ਕੀ ਪਾਵੇਗਾ। ਬਿਨਾ ਅਚੇ ਨਹਿ ਦਰਸ਼ਨ ਦੇਤ, ਫਿਰ ਇਹ ਵੀ ਹੈ ਕਿ ਬਿਨਾ ਪ੍ਰਸ਼ਾਦਾ ਛਕੇ ਤੋਂ ਇਹਨਾਂ ਦਰਸ਼ਨ ਨਹੀਂ ਦਿੰਦੇ ਹਨ। ਜੇ ਅਚ ਲੈ ਹੋਂ ਧਰਮ ਬਿਗਰੇਤ, ਜੇ ਇਸ ਤਰ੍ਹਾਂ ਮੈਂ ਲੰਗਰ ਵਿੱਚ ਜਾ ਕੇ ਪ੍ਰਸ਼ਾਦਾ ਛਕ ਲੈਣਾ, ਮੇਰਾ ਆਪਦਾ ਧਰਮ ਵਿਗੜਦਾ ਹੈ। ਜਾਂ ਤੇ ਨਾਹਿਨ ਦਰਸ਼ਨ ਕਰਹੁ, ਇਸ ਕਰਕੇ ਕਹਿੰਦਾ ਵੀ ਦਰਸ਼ਨਾਂ ਨੂੰ ਹੀ ਰਹਿਣ ਦਿੰਦੇ, ਦਰਸ਼ਨ ਹੀ ਨਹੀਂ ਕਰਦੇ ਹਾਂ। ਜਾਉ ਦਵਾਰਕਾ ਕ੍ਰਿਸ਼ਨ ਨਿਹਾਰਹੁ, ਇਦੋਂ ਦਵਾਰਕਾ ਹੀ ਚੱਲਦੇ ਹਾਂ ਆਪਾਂ, ਕ੍ਰਿਸ਼ਨ ਭਗਤ ਹੈ, ਉੱਥੇ ਚੱਲ ਕੇ ਕ੍ਰਿਸ਼ਨ ਭਗਵਾਨ ਦੇ ਜਾ ਕੇ ਦਵਾਰਕਾ ਦਰਸ਼ਨ ਕਰਦੇ ਹਾਂ। ਅਸ ਠੱਟ ਕੇ ਮਗ ਮੈਂ ਪਗ ਦੀਨਾ, ਇਉਂ ਜਿਹੜਾ ਹੈ ਇਹ ਪੰਡਤ ਮਨ ਵਿੱਚ ਮਾਈ ਦਾਸ ਵੈਸ਼ਨੋ ਕ੍ਰਿਸ਼ਨ ਭਗਤ ਇਹ ਸੋਚ ਕਰਕੇ ਨੇ ਭਾਈ ਦਵਾਰਕਾ ਵੱਲ ਦੇ ਰਸਤੇ ਨੂੰ ਜਿਹੜਾ ਪਗ ਪੈਰ ਦੇ ਲੈ ਭਾਵ ਤੁਰ ਪਿਆ। ਚੱਲਿਓ ਦਵਾਰਕਾ ਦਰਸ ਬਹੀਨਾ, ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਹੀ ਦਵਾਰਕਾ ਵੱਲ ਨੂੰ ਚੱਲ ਪਿਆ। ਸਨੇ ਸਨੇ ਬਹੁ ਮਗ ਉਲੰਘਾਇਓ, ਹੌਲੀ ਹੌਲੀ ਬਹੁਤ ਰਸਤਾ ਇਹ ਲੰਘ ਗਿਆ, ਤੈਅ ਕੀਤਾ। ਨਿਕਟ ਦਵਾਰਕਾ ਬਨ ਇੱਕ ਆਇਓ, ਤੇ ਦਵਾਰਕਾ ਦੇ ਨੇੜੇ ਚਲੇ ਗਿਆ, ਇੱਕ ਜੰਗਲ ਆਇਆ। ਘਟਾ ਬੜੀ ਤਿਸ ਦਿਨ ਮੰਡਾਈ, ਉਸ ਦਿਨ ਬੱਦਲਾਂ ਦੀ ਬਹੁਤ ਵੱਡੀ ਘਟਾ ਜਿਹੜੀ ਉਹ ਮੰਡਾਈ ਚੱਲੀ ਹੈ। ਵਾਯੂ ਵੱਡੀ ਬਹੁਤ ਬਲ ਪਾਈ, ਤੇ ਬਹੁਤ ਵੱਡੀ ਨਾਲ ਬਾਉ ਹਨੇਰੀ ਵੀ ਬਲ ਵਾਲੀ ਚੱਲ ਪਈ। ਦਾਮਨ ਚਮਕਤ ਤਮਕਤ ਭਾਰੀ, ਬਿਜਲੀ ਜਿਹੜੀ ਹੈ ਚਮਕਦੀ ਹੈ, ਦਮਕਤ ਬਹੁਤ ਬੱਦਲ ਗਰਜਦੇ ਹਨ। ਕਾਰੀ ਘਟਾ ਬਰਖਤੀ ਬਾਰੀ, ਕਾਲੀਆਂ ਘਟਾਵਾਂ ਜਿਹੜੀਆਂ ਨੇ ਪਾਣੀ ਵਰਖਾ ਕਰ ਰਹੀਆਂ। ਮਗ ਭੂਲਿਓ ਨਿਸ ਤਿਮਰ ਸੋ ਛਾਇਓ, ਹਨੇਰਾ ਹੋ ਗਿਆ, ਇੱਕ ਜੰਗਲ ਜਿਹਦਾ ਇਲਾਕਾ ਹੈ ਤੇ ਉਸ ਸਮੇਂ ਰਾਤ ਦਾ ਸਮਾਂ, ਹਨੇਰਾ ਰਾਤ ਦਾ ਛਾ ਗਿਆ। ਤੇ ਇਹ ਭਾਈ ਜਿਹੜਾ ਸਾਧੂ ਮਾਈ ਦਾਸ ਵੈਸ਼ਨੋ ਰਸਤਾ ਭੁੱਲ ਗਿਆ। ਪੁਨਹ ਭੂਖ ਤੇ ਬਹੁ ਘਬਰਾਇਓ, ਫਿਰ ਤੁਰਦੇ ਨੂੰ ਭੁੱਖ ਵੀ ਬਹੁਤ ਲੱਗੀ ਸੀ, ਉਹ ਭੁੱਖ ਵੀ ਲੱਗੀ ਹੈ, ਬਹੁਤ ਘਬਰਾ ਗਿਆ ਹੈ। ਚੱਲ ਬੇ ਤੇ ਇੱਕ ਥਲ ਥਿਰ ਹੋਵਾ, ਚੱਲਦਾ ਚੱਲਦਾ ਫਿਰ ਇੱਕ ਜਗ੍ਹਾ ਤੇ ਖੜ ਗਿਆ ਹੈ। ਖੋਖਰ ਸਹਿਤ ਬਿਰਖ ਇੱਕ ਜੋਵਾ, ਤੇ ਇਹਨੇ ਭਾਈ ਉੱਥੇ ਇੱਕ ਦਰਖਤ ਦੇਖਿਆ, ਖੋਖਰ ਸਹਿਤ ਖਾਲੀ ਜਗ੍ਹਾ ਸੀ ਉਹਦੇ ਥੱਲੇ ਤੇ ਪੈਣ ਦੇ ਵਾਸਤੇ। ਖੋਖਰ ਸਹਿਤ ਬਿਰਖ ਇੱਕ ਜੋਵਾ, ਹਾਂ ਉੱਥੇ ਇੱਕ ਭਾਈ ਖੋਖਰ ਦਾ ਅਰਥ ਇਹ ਹੈ ਕਿ ਕੋਈ ਟੋਆ ਜਿਹਾ ਸੀ ਤੇ ਨਾਲ ਉਸ ਜਗ੍ਹਾ ਤੇ ਇੱਕ ਦਰਖਤ ਇਹਨੇ ਦੇਖਿਆ ਹੈ। ਖਰੇ ਹੋਣ ਕੋ ਤਿਸ ਮਹਿ ਥਾਨ, ਖੋਖਰ ਹੁੰਦਾ ਪੁਰਾਣੇ ਸਮਿਆਂ ਵਿੱਚ, ਹਾਂ ਖੋਖਰ ਸਹਿਤ ਬਿਰਖ ਪੁਰਾਣੇ ਅੱਗੇ ਹੁੰਦੇ ਸੀ ਦਰਖਤ ਵੱਡੇ, ਉਹਨਾਂ ਵਿੱਚ ਜਿਹੜਾ ਥੱਲੇ ਮੁੱਢ ਸੀ ਉਹਦੇ 'ਚ ਖਾਲੀ ਜੀ ਜਗ੍ਹਾ ਹੋ ਜਾਂਦੀ ਹੁੰਦੀ ਸੀ, ਓਟ ਆਸਰਾ ਕੋਈ ਨਾ ਕੋਈ ਲੈ ਲੈਂਦਾ ਸੀ।
ਖੋਖਰ ਸਹਿਤ ਬਿਰਖ ਇੱਕ ਜੋਬਾ। ਹੁਣ ਮੀਂਹ ਪੈਣ ਲੱਗਿਆ, ਓਟ ਦਾ ਕੋਈ ਲੈਣੀ ਹੈ ਨਾ। ਤੇ ਇਹ ਤਾਂ ਜਿਵੇਂ ਹੁਣ ਆਪਾਂ ਧੁੱਪ ਹੈ, ਛਾਂ ਦੀ ਓਟ ਹੀ ਲੈਨੇ ਆ। ਉਹ ਇੱਕ ਨੇ ਪਾਈ ਸੀ, ਕੋਈ ਲੱਕੜਹਾਰਾ ਵੱਢਣ ਚਲਿਆ ਗਿਆ ਦਰਖਤ। ਜਿਵੇਂ ਅੱਜ ਗਰਮੀ ਬਹੁਤ ਹੈ, ਗਰਮੀ ਬਾਹਲੀ ਸੀ, ਥੋੜਾ ਜਿਹਾ ਵੱਢਿਆ, ਗਰਮੀ ਆਈ, ਕਹਿੰਦਾ ਬਿੰਦਕ ਛਾਵੇਂ ਪੈ ਲਈਏ। ਉਸੇ ਹੀ ਦਰਖਤ ਦੀ ਛਾਂ ਥੱਲੇ ਪੈ ਗਿਆ। ਤੇ ਫਿਰ ਜਦੋਂ ਢਲ ਗਈ ਛਾਂ, ਠੰਡਾ ਹੋਇਆ ਥੋੜਾ ਜਿਹਾ, ਧੁੱਪ ਘਟੀ, ਫਿਰ ਵੱਢਣ ਲੱਗ ਗਿਆ। ਇਹ ਨਹੀਂ ਦੇਖੋ ਦਰਖਤ ਪਰਉਪਕਾਰੀ ਹੈ, ਉਹਨੇ ਵੱਢਣ ਵਾਲੇ ਨੂੰ ਵੀ ਛਾਂ ਦਿੱਤੀ, ਸ਼ਾਂਤੀ ਦਿੱਤੀ। ਇਹ ਸੰਕੇਤ ਹੈ ਵੀ ਭਾਈ ਆਰੀਆਂ ਚਲਾਉਣ ਲੱਗੇ, ਘਾੜੇ ਚਲਾਉਣ ਲੱਗੇ, ਸੋਚਿਆ ਕਰੋ ਇਹ ਲੈਂਦੇ ਕੀ ਹੈ ਆਪਾਂ ਤੋਂ? ਕੁਛ ਨਹੀਂ ਲੈਂਦੇ। ਕਿੰਨੀ ਆਕਸੀਜਨ, ਕਿੰਨੀ ਛਾਂ। ਆ ਜਿਹੜਾ ਮੀਂਹ ਵਗੈਰਾ ਜਾਂ ਮੌਸਮ ਦਾ, ਇਹ ਸਾਰਾ ਇਹ ਦਰਖਤਾਂ ਨਾਲ ਹੀ ਹੈ, ਹੋਰ ਨਹੀਂ ਹੈ ਕਿਸੇ ਤਰ੍ਹਾਂ। ਹੁਣ ਜਿਹੜੇ ਇਸ ਤਰ੍ਹਾਂ ਦਲੀਲਾਂ ਅੱਜ ਕੱਲ ਬੜੀਆਂ, ਜੇ ਕਿਤੇ ਇੱਕ ਅੱਧਾ ਮੀਂਹ ਵੱਧ ਪੈ ਜੇ, ਲੈ ਹੁਣ ਦਰਖਤ ਕਿੱਥੋਂ ਆ ਗਏ, ਹੁਣ ਵੀ ਤਾਂ ਪੈ ਹੀ ਗਿਆ। ਇਹ ਐਵੇਂ ਟੁੱਚਰਪੁਣਾ, ਮੂਰਖਪੁਣਾ ਹੈ। ਦਰਖਤਾਂ ਦੇ ਨਾਲ ਹੀ ਮੌਸਮ ਭਾਈ ਠੀਕ ਹੈ, ਇਸ ਕਰਕੇ ਲਾਉਣੇ ਚਾਹੀਦਾ। ਜੇ ਕਿਤੇ ਦਿੱਕਤ ਵਿੱਚ ਕਿਤੋਂ ਕੱਟਣਾ ਵੱਢਣਾ ਪੈਂਦਾ ਹੈ, ਉਹਦੇ ਵਿੱਚ ਲਾਈਏ ਵੀ, ਕੁਛ ਨਹੀਂ ਨੁਕਸਾਨ ਕਰਦੇ ਇਹ। ਨੁਕਸਾਨ ਤਾਂ ਹੁਣ ਦਰਖਤਾਂ ਨਾਲ ਕਹਿੰਦੇ ਜੀ ਫਸਲ ਖਰਾਬ ਹੋ ਜਾਂਦੀ ਹੈ ਤਾਂ ਅਸੀਂ ਫਿਰ ਵੱਢ ਦਿੰਨੇ ਆ। ਤੇ ਆ ਹੁਣ ਹੜ੍ਹ ਆ ਗਏ, ਦੇਖ ਲਓ 6-6 ਮਹੀਨੇ ਦਾ ਸਭ ਖਤਮ ਕਰਤਾ। ਕੀ ਕੋਈ ਕਰੂ? ਘਰਾਂ ਦੇ ਘਰ ਢਹਿ ਗਏ। ਫਿਰ ਭਾਈ ਹੁਣ ਕਿੱਥੋਂ ਹੋਈ? ਹੁਣ ਦਰਖਤਾਂ ਨੇ ਫਸਲ ਖਰਾਬ ਕੀਤੀ। ਇਹ ਤਾਂ ਜੋ ਪਰਮੇਸ਼ਰ ਨੇ ਦੇਣਾ ਹੈ ਨਾ, ਉਹ ਦੇ ਹੀ ਦੇਣਾ ਹੈ। ਜਿਨ੍ਹਾਂ ਨੂੰ ਇਸ ਗੱਲ ਦਾ ਮੁੱਲ ਆ, ਰਾਜਸਥਾਨ ਵਿੱਚ ਅਸੀਂ ਕਈ ਵਾਰ ਗਏ ਆ, ਖੇਤਾਂ ਦੇ ਵਿੱਚ ਦਰਖਤ ਖੜੇ ਆ, ਘਰੇ ਖੜੇ, ਇੱਕ ਦੇ ਪਰਿਵਾਰ ਦੇ ਸੀ, ਫਿਰ ਉਹ ਘਰੇ ਰੁਕਣਾ ਸੀ। ਤੇ ਉਹ ਜਦੋਂ ਅੰਦਰ ਨੂੰ ਗਏ ਸੀ, ਨੀਵੇਂ ਹੋ ਲੰਘੇ। ਅਸੀਂ ਉਸ ਵੇਲੇ ਕੀ ਕਹਿਤਾ ਵੀ ਦਰਖਤ ਬੜਾ ਥੱਲੇ ਨੂੰ, ਹੁਣ ਆਪਾਂ ਆਪਦੇ ਹਿਸਾਬ ਨਾਲ ਥੋੜਾ ਛਾਂਗ ਲੋ। ਕਹਿੰਦੇ ਅਸੀਂ ਨਹੀਂ ਛਾਂਗਦੇ, ਸਾਡੇ ਨੂੰ ਕੋਈ ਛਾਂਗਦਾ ਹੈ, ਆਈ ਮਿਲਣਗੇ ਤੁਹਾਨੂੰ, ਕਿਉਂਕਿ ਉਹਨਾਂ ਨੂੰ ਪਤਾ ਹੈ ਇਹਨਾਂ ਦੀ ਕੀਮਤ ਦਾ। ਆਪਾਂ ਕਹੀ ਜਾਂਦੇ ਰਾਜਸਥਾਨ ਦੇ ਵਿੱਚ ਆਪਣੇ ਨਾਲੋਂ ਬਹੁਤਾ ਦਰਖਤ ਹੈ ਹੁਣ, ਤੇ ਵੱਡੇ ਪੁਰਾਣੇ ਦਰਖਤ ਨੇ। ਆਪਾਂ ਤਾਂ ਹੁਣ ਹੋਰ ਹੀ ਚੱਲ ਪਏ ਨਾ, ਸ਼ੋਸ਼ੇਬਾਜੀ ਜੀ ਹੋ ਗਈ ਐਵੇਂ ਮਾੜਾ ਮੋਟੇ ਜੇ। ਤੇ ਜਿਹੜੇ ਅਸਲ ਪੁਰਾਤਨ ਪੁਰਾਣਾ ਦਰਖਤ ਵੱਡੇ ਉਵੇਂ ਖੜੇ ਖੇਤ ਦੇ ਵਿੱਚ, ਤਾਂ ਹੁਣ ਕਿਸੇ ਦੇ ਰਿਹਾ ਹੀ ਨਹੀਂ ਹੋਣਾ। ਪਹਿਲਾਂ ਵਿੱਚ ਵਿਚਾਲੇ ਜੇ ਹੁੰਦਾ ਸੀ, ਕਹਿੰਦੇ ਡਿੱਕਾ ਲਾਉਂਦਾ ਹੈ, ਤੇ ਡਿੱਕਾ ਤਾਂ ਹੁਣ ਆਪਾਂ ਵੀ ਲਾਈ ਜਾਂਦੇ ਆ। ਧਰਤੀ ਤੇ ਆਪਾਂ ਡਿੱਕਾ ਹੀ ਲਾਉਣ ਆਏ ਆ, ਇੱਥੇ ਦਰਖਤਾਂ ਨੂੰ ਆਪਾਂ ਡਿੱਕਾ ਲਾਦਾ। ਇਹ ਗੁਰਮੁਖੋ ਕੁਦਰਤ ਜਿਹੜੀ ਹੈ, ਇਹ ਅਸੀਂ ਜਿਹੜਾ ਹੈ ਹੁਣ ਕਿੰਨਾ ਪੰਛੀ ਹੁੰਦੇ ਅੱਗੇ, ਕਿੰਨਾ ਕੁਛ ਆ ਸਾਡੇ ਦੇਖਦਿਆਂ ਆਪਣੇ ਖਤਮ ਹੋਣਾ। ਸਾਉਣ ਦਾ ਮਹੀਨਾ ਚੱਲ ਰਿਹਾ, ਤੇ ਜਿੱਦੇ ਸੰਗਰਾਂਦ ਸੀ ਉਹਦੇ ਧਾਰਨਾ ਅਸੀਂ ਪੜ੍ਹੀ ਸੀ, ਸਾਵਣ ਆਇਆ ਸਖੀਏ ਮੋਰਾਂ ਨੇ ਰੁਣ ਝੁਣ ਲਾਇਆ। ਉਹ ਪੰਗਤੀ ਹੈ ਨਾ ਕਿ ਸਾਵਣ ਆਇਆ ਹੀ ਸਖੀ ਮੋਰੀ ਰੁਣ ਝੁਣ ਲਾਇਆ। ਹੁਣ ਜਿਹੜੇ ਜਵਾਕ ਅੱਜ ਕੱਲ ਪੈਦਾ ਹੋਏ ਜਾਂ ਹੁਣ, ਉਹਨਾਂ ਤੋਂ ਪੁੱਛਣਗੇ ਹੀ ਨਾ ਇਹ ਕੀ ਹੈ, ਵੀ ਮੋਰਾਂ ਨੇ ਰੁਣ ਝੁਣ ਕੀ ਲਾਈ ਸੀ। ਉਹਨਾਂ ਨੂੰ ਪਤਾ ਹੀ ਨਹੀਂ ਹੈ। ਹੁਣ ਮੋਰ ਹੈ ਹੀ ਨਹੀਂ, ਮੈਂ ਤਾਂ ਦੇਖਿਆ ਨਹੀਂ 10 ਸਾਲ ਦਾ। ਹੁਣ ਆਪਣੇ ਏਰੀਏ 'ਚ ਕਿਤੇ ਇੱਧਰ ਉੱਧਰ ਕਿਤੇ ਕਥਾ ਕੀਰਤਨ ਕਰਨ ਜਾਂਦੇ ਆ, ਜਦੋਂ ਉਦੋਂ ਕਿਤੇ ਦਿਸਦੇ ਆ ਪਰੇ ਉਰੇ ਕਿਸੇ ਪਾਸੇ, ਆਮ ਨਹੀਂ ਹੈਗੇ। ਤੁਸੀਂ ਦੇਖ ਲਓ ਇੱਥੇ ਦੇਖਿਆ ਕਿਤੇ ਹੈ ਨਹੀਂ ਜਮਾਂ ਹੀ। ਹੁਣ ਗੱਲਾਂ ਹੀ ਰਹਿ ਗਈਆਂ, ਇਹ ਇਤਿਹਾਸ ਦੇ ਪੰਨਿਆਂ 'ਚ ਹੀ ਗੱਲ ਰਹਿ ਗਈ। ਮੋਰ ਜਿਹੜੇ ਸੀ ਭਾਈ ਬੱਦਲਾਂ ਨੇ, ਜਦੋਂ ਬੱਦਲ ਘਟਾ ਉੱਠਣੀ ਪਹਿਲਾਂ ਪਾਲਣੀ, ਕਿੰਨਾ ਆਪਾਂ ਦੇਖਦੇ। ਇਹ ਅਸੀਂ ਆਪਣੇ ਰਹਿਣ ਵਾਸਤੇ ਤਾਂ ਬਹੁਤ ਕੁਝ ਪੱਕਾ ਕਰੀ ਜਾਂਦੇ ਆ, ਤੇ ਜਿਹੜਾ ਬਾਕੀ ਦਾ ਸੀ ਉਹਨੂੰ ਖੁਆਰ ਕਰਦੇ ਆ, ਫਿਰ ਮਾਰ ਪੈਂਦੀ ਹੈ। ਗੁਰੂ ਸਾਹਿਬ ਕਿਰਪਾ ਕਰੇ। ਇਹ ਭਾਈ ਐਸਾ ਉਦੋਂ ਖੋਖਰ ਸਹਿਤ ਬਿਰਖ ਬਹੁਤ ਵੱਡਾ ਕੋਈ ਪੁਰਾਣਾ, ਫਿਰ ਉਹ ਮੁੱਢ ਜਿਹਾ ਵਿੱਚੋਂ ਖਾਲੀ ਜਿਹਾ ਹੋ ਜਾਂਦਾ ਹੁੰਦਾ ਸੀ, ਤੇ ਉਹਦੇ ਵਿੱਚ ਥੋੜੀ ਬਹੁਤੀ ਜਗ੍ਹਾ ਸੀ। ਖੋਖਰ ਸਹਿਤ ਬਿਰਖ ਇੱਕ ਜੋਗਾ, ਇਉਂ ਇੱਕ ਦਰਖਤ ਵੇਖਿਆ ਵਿੱਚੋਂ ਜਿਹੜਾ ਮੁੱਢ ਖਾਲੀ ਸੀ। ਖੜੇ ਹੋਣ ਕੋ ਤਿਸ ਮਹਿ ਥਾਨ, ਉਹਦੇ ਵਿੱਚ ਖੜੇ ਹੋਣ ਜੋਗੀ ਜਗ੍ਹਾ ਸੀ। ਬੈਠਨ ਪੌੜਨ ਕੋ ਨਹਿ ਜਾਨ, ਬੈਠਣ ਤੇ ਪੈਣ ਵਾਸਤੇ ਨਹੀਂ ਸੀ ਜਗ੍ਹਾ, ਭਾਵ ਇੰਨੀ ਜਗ੍ਹਾ ਨਹੀਂ ਸੀ, ਬਹਿ ਵੀ ਨਹੀਂ ਸੀ ਸਕਦਾ, ਤੇ ਪਿਆ ਤਾਂ ਕੀ ਜਾਣਾ ਹੈ। ਮੂਸਲ ਧਾਰ ਬਾਰ ਬਰਖਾਈ, ਮੋਲੇ ਧਾਰ ਬਰਖਾ ਪਾਣੀ ਵਰ ਰਿਹਾ,
तीन दिवस इस विदह बिताई। 3 दिन ਮੀਂਹ ਪੈਂਦਾ ਰਿਹਾ, 3 ਦਿਨ ਭੁੱਖਣ ਭਾਣੇ ਨੇ ਇਸੇ ਤਰ੍ਹਾਂ ਬਤੀਤ ਕੀਤੇ। ਦੀਨ ਹੋਏ ਤਬ ਮਾਈ ਦਾਸ, ਤਾਂ ਫਿਰ ਮਾਈ ਦਾਸ ਵਿਆਕੁਲ ਹੋ ਗਿਆ ਭੁੱਖ ਤੋਂ। ਇੱਕ ਜਗ੍ਹਾ ਦਰਖਤ ਵਿੱਚ ਖੜਾ ਹੈ, ਥੱਕ ਵੀ ਗਿਆ, ਪੈਰ ਦੁਖਣ ਲੱਗ ਗਏ ਖੜੇ ਖੜੇ। ਦੀਨ ਹੋਏ, ਬੜਾ ਨਿਮਾਣਾ ਗਰੀਬ ਜਿਹਾ ਹੋ ਕੇ ਮਾਈ ਦਾਸ ਵੈਸ਼ਨਵ ਸਾਧੂ ਨੇ ਅਸ ਵਿਦ ਬੇਨਤੀ ਕੀਨ ਪ੍ਰਕਾਸ਼, ਇਸ ਤਰੀਕੇ ਨਾਲ ਜਿਹੜੀ ਹੈ ਫਿਰ ਬੇਨਤੀ ਕੀਤੀ। ਹੇ ਸ੍ਰੀ ਕ੍ਰਿਸ਼ਨ ਦਰਸ ਤਵ ਤਾਈ, ਇਹ ਕ੍ਰਿਸ਼ਨ ਭਗਵਾਨ ਤੇਰੇ ਦਰਸ਼ਨਾਂ ਦੇ ਵਾਸਤੇ ਮੈਂ ਆਇਓ ਬਹੁ ਕਸ਼ਟ ਉਠਾਈ। ਮੈਂ ਦੇਖੋ ਕਿੰਨੇ ਦੁੱਖ ਉਠਾ ਰਿਹਾ, ਦੁੱਖ ਉਠਾ ਕੇ ਏਡੀ ਦੂਰੇ ਆਇਆ ਹਾਂ। ਕਿਰਪਾ ਕਰੋ ਅਬ ਦਰਸ ਦਿਖਾਵੋ, ਕਿਰਪਾ ਕਰ ਮੈਂ ਦਵਾਰਕਾ ਪਹੁੰਚਾਂ, ਆਪਣੇ ਦਰਸ਼ਨ ਮੈਨੂੰ ਦਿਖਾਵੋ। ਕਾਰੀ ਘਟਾ ਬਿਮਲ ਕਰਵਾਵੋ, ਇਹ ਜਿਹੜੀਆਂ ਕਾਲੀਆਂ ਘਟਾਵਾਂ ਹਨ ਇਹਨਾਂ ਨੂੰ ਬਿਮਲ ਕਰ ਦਿਓ। ਬਿਮਲ ਕਹਿੰਦੇ ਨੇ ਚਿੱਟਾ ਉਜਲ, ਵੀ ਭਾਵੇਂ ਦੂਰ ਹੋ ਜਾਣ। ਕਾਲੀਆਂ ਘਟਾਵਾਂ ਤੋਂ ਆਕਾਸ਼ ਬਿਮਲ ਕਰਾ ਦਿਓ, ਚਿੱਟਾ ਉਜਲ ਕਰਵਾ ਦਿਓ। ਭਈ ਆਕਾਸ਼ ਬਾਣੀ ਤਿਸ ਕਾਲਾ, ਉਸ ਸਮੇਂ ਫਿਰ ਇਸ ਮਾਈ ਦਾਸ ਵੈਸ਼ਨਵ ਸਾਧੂ ਨੂੰ ਆਕਾਸ਼ ਬਾਣੀ ਹੋਈ। ਤੈਨੇ ਕੀਨੋ ਪਾਪ ਵਿਸਾਲਾ, ਭਾਈ ਮਾਈ ਦਾਸ ਤੂੰ ਬਹੁਤ ਵੱਡਾ ਪਾਪ ਕੀਤਾ ਹੈ। ਜੋ ਗੁਰ ਦਰਸ਼ਨ ਤਿਆਗਨ ਕੀਨੋ, ਜਿਹੜੇ ਤੂੰ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨੇ ਛੱਡਿਆ ਆ। ਵੱਡੋ ਅਚਾਰਵੰਤ ਨਿਜ ਚੀਨੋ, ਤੇ ਮਹਾਰਾਜ ਦੇ ਦਰਸ਼ਨ ਨਹੀਂ ਕੀਤੇ, ਆਪਣੇ ਆਪ ਨੂੰ ਵੱਡਾ ਆਚਾਰਵੰਤ ਕਰਮਕਾਂਡੀ ਸੁਚਮ ਕਰਨ ਵਾਲਾ ਜਾਣ ਲਿਆ। ਇਸ ਤੇ ਦੰਡ ਮਿਲਿਓ ਤੁਮ ਐਸੇ, ਇਸ ਕਰਕੇ ਤੈਨੂੰ ਆ ਦੰਡ ਸਜ਼ਾ ਇਹੋ ਜੀ ਮਿਲੀ ਹੈ। ਹਮਰੋ ਦਰਸ਼ਨ ਪ੍ਰਾਪਤ ਕੈਸੇ, ਆਈ ਆਵਾਜ਼ ਕ੍ਰਿਸ਼ਨ ਭਗਵਾਨ ਦੀ ਆਕਾਸ਼ਬਾਣੀ ਵੀ ਮੇਰੇ ਦਰਸ਼ਨ ਕਿਵੇਂ ਤੈਨੂੰ ਹੋ ਜਾਣਗੇ। ਜੇ ਕਰ ਚਾਹੈ ਆਪਨ ਕਲਿਆਣ, ਜੇ ਤੂੰ ਮਾਈ ਦਾਸ ਆਪਣੀ ਕਲਿਆਣਤਾ ਚਾਹੁੰਦਾ ਹੈ। ਜਾਹੋ ਦਰਸ ਸ੍ਰੀ ਗੁਰ ਭਗਵਾਨ, ਤਾਂ ਉਹ ਅਕਾਲ ਪੁਰਖ ਭਗਵਾਨ ਸਰੂਪ ਨੇ ਗੁਰੂ ਅਮਰਦਾਸ, ਜਾਓ ਉਹਨਾਂ ਦੇ ਦਰਸ਼ਨ ਕਰ। ਸ਼ੰਕਾ ਮਨ ਮਹਿ ਕਰੋ ਨਾ ਕੋਈ, ਕੋਈ ਵੀ ਮਨ ਵਿੱਚ ਤਾਂ ਸ਼ੰਕਾ ਨਹੀਂ ਕਰਨਾ ਹੈ। ਸ਼ਰਧਾ ਧਾਰ ਦਰਸੀਐ ਸੋਈ, ਤੇ ਸ਼ਰਧਾ ਧਾਰ ਕੇ ਮਾਈ ਦਾਸ ਗੁਰੂ ਸਾਹਿਬ ਦੇ ਦਰਸ਼ਨ ਕਰ। ਸੁਣ ਕੇ ਮਾਈ ਦਾਸ ਅਚੰਭਾ, ਇਹ ਸੁਣ ਕੇ ਮਾਈ ਦਾਸ ਨੂੰ ਬੜੀ ਹੈਰਾਨੀ ਅਚੰਭਾ ਹੋਇਆ। ਪਛਤਾਵਤ ਮਨ ਮਾਹੇ ਅਚੰਭਾ, ਬੜੀ ਹੈਰਾਨੀ ਵਿੱਚ ਅਚੰਭੇ ਵਿੱਚ ਮਨ ਚ ਪਛਤਾਉਂਦਾ ਹੈ। ਨਿਸ਼ਚੈ ਭਇਓ ਮੋਰ ਅਪਰਾਧੂ, ਯਕੀਨ ਹੋ ਗਿਆ ਵੀ ਹਾਂ ਇਹ ਤਾਂ ਮੇਰਾ ਅਪਰਾਧ ਹੈ। ਇਹਾਂ ਦਰਸ ਅਬ ਕੈਸੇ ਲਾਦੂ, ਉੱਥੇ ਮੈਂ ਭਗਵਾਨ ਦੇ ਦਰਸ਼ਨ ਕਰਨੇ ਛੱਡਿਆ, ਹੁਣ ਇੱਥੇ ਮੈਨੂੰ ਕਿਵੇਂ ਕ੍ਰਿਸ਼ਨ ਭਗਵਾਨ ਦੇ ਦਰਸ਼ਨ ਲੱਭ ਜਾਣਗੇ। ਪਾਰ ਬ੍ਰਹਮ ਸ੍ਰੀ ਸਤਿਗੁਰ ਰੂਪ, ਸ੍ਰੀ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਪਾਰ ਬ੍ਰਹਮ ਸਰੂਪ ਨੇ। ਜਗ ਮਹਿ ਕੀਰਤ ਬਿਮਲ ਅਨੂਪ, ਜਿਨ੍ਹਾਂ ਦੀ ਕੀਰਤੀ ਜਗਤ ਦੇ ਵਿੱਚ ਉਜਲ, ਬਿਮਲ ਕੇ ਉਜਲ, ਅਨੂਪ ਅਨ ਉਪਮ, ਉਪਮਾ ਤੋਂ ਵੀ ਬੇਅੰਤ ਹੈ। ਸੰਜਮ ਸੋ ਭੋਜਨ ਕੋ ਖਾਨਾ, ਆ ਜਿਹੜਾ ਸੰਜਮ ਦੇ ਨਾਲ ਭੋਜਨ ਛਕਣਾ। ਇਸ ਨੇ ਮੋਕੋ ਕੀਨ ਹਰਾਨਾ, ਮੈਂ ਉਹਨਾਂ ਦੇ ਆ ਕਹੇ ਪ੍ਰਸ਼ਾਦਾ ਨਹੀਂ ਛਕਿਆ, ਦਰਸ਼ਨ ਨਹੀਂ ਹੋਏ, ਤੇ ਮੈਂ ਸੰਜਮੀ ਬਣ ਗਿਆ, ਇਸ ਕਰਕੇ ਨਹੀਂ ਮੈਨੂੰ ਆ ਇੰਨਾ ਹੈਰਾਨ ਕੀਤਾ। ਸਰਲ ਭਇਓ ਜਬ ਮਾਈ ਦਾਸ, ਜਦੋਂ ਮਾਈ ਦਾਸ ਦੇ ਅੰਦਰੋਂ ਇਹ ਸਾਰੇ ਵਲ ਜੇ ਨਿਕਲ ਗਏ, ਸਰਲ ਹੋ ਗਿਆ ਹੈ। ਬਿਮਲਿਓ ਤਾਤਹਿ ਕਾਲ ਆਕਾਸ਼, ਉਸੇ ਸਮੇਂ ਤੁਰੰਤ ਹੀ ਆਕਾਸ਼ ਜਿਹੜਾ ਉਜਲ ਹੋ ਗਿਆ, ਕਾਲੀਆਂ ਘਟਾਵਾਂ ਹਟ ਗਈਆਂ। ਚੱਲਿਓ ਤਹਾਂ ਤੇ ਮਾਈ ਦਾਸ,
ਮਾਈ ਦਾਸ ਉੱਥੋਂ ਹੀ ਵਾਪਸ ਗੋਇੰਦਵਾਲ ਸਾਹਿਬ ਨੂੰ ਚੱਲ ਪਿਆ। ਆਏ ਪਹੁੰਚੋ ਗੁਰਪੁਰ ਖਾਸ। ਇਹ ਆ ਕੇ ਗੁਰੂ ਮਹਾਰਾਜ ਦੀ ਪੁਰੀ ਦੇ ਵਿੱਚ ਗੋਇੰਦਵਾਲ ਸਾਹਿਬ ਆ ਪਹੁੰਚਿਆ ਹੈ। ਪ੍ਰਥਮਹਿ ਗਇਓ ਦੇਗ ਕੇ ਥਾਨ। ਸਭ ਤੋਂ ਪਹਿਲਾਂ ਲੰਗਰ ਵਾਲੇ ਸਥਾਨ ਤੇ ਗਿਆ ਹੈ। ਕਰਿਓ ਜਾਚ ਕੈ ਭੋਜਨ ਖਾਨ। ਫਿਰ ਇਹਨੇ ਉੱਥੋਂ ਮੰਗ ਕੇ ਪ੍ਰਸ਼ਾਦਾ ਛਕਿਆ। ਤ੍ਰਿਪਤ ਹੋਏ ਅੰਤਰ ਪੁਨ ਗਇਓ। ਫਿਰ ਭਾਈ ਤ੍ਰਿਪਤ ਹੋ ਕੇ ਅੰਦਰ ਗਿਆ ਜਿੱਥੇ ਮਹਾਰਾਜ ਬਿਰਾਜਮਾਨ ਬੈਠੇ ਐ। ਮਨ ਬਾਂਛਤ ਤਬ ਦਰਸ਼ਨ ਭਇਓ। ਤੇ ਮਨ ਇੱਛਤ ਜਿਹੜੇ ਦਰਸ਼ਨ ਸੀ ਗੁਰੂ ਸਾਹਿਬ ਦੇ ਹੋ ਗਏ। ਜਿਹ ਸਰੂਪ ਕੀ ਉਸਤਤ ਵੇਦ। ਵਿਦਵਾਨ ਪੜ੍ਹਿਆ ਲਿਖਿਆ ਸੀ, ਉਹ ਸਰੂਪ ਦੇ ਦਰਸ਼ਨ ਹੋਏ ਜਿਹਦੀ ਉਸਤਤੀ ਵੇਦ ਵੀ ਕਰਦੇ। ਕਰਤ ਰਹਿਤ ਨਹਿ ਪਾਵਤ ਭੇਦ। ਵੇਦ ਵੀ ਜਿਸ ਸਰੂਪ ਦੀ ਉਸਤਤੀ ਕਰਦੇ ਰਹਿੰਦੇ ਆ ਪਰ ਉਸ ਸਰੂਪ ਦਾ ਭੇਦ ਨਹੀਂ ਪਾ ਸਕਦੇ। ਮਾਈ ਦਾਸ ਵੈਸ਼ਨੋ ਦੇਖ। ਤੇ ਮਾਈ ਦਾਸ ਵੈਸ਼ਨੋ ਸਾਧੂ ਨੇ ਵੇਖ ਕਰਕੇ ਤਨ ਮਨ ਕੀ ਸੁਧ ਰਹੀ ਨ ਸ਼ੇਖ। ਇਹਨੂੰ ਭਾਈ ਤਨ ਦੀ ਮਨ ਦੀ ਜਿਹੜੀ ਹੈ ਉਹ ਕੋਈ ਸੁਧ ਬੁੱਧ ਬਾਕੀ ਨਾ ਰਹੀ। ਸ਼ੇਖ ਦਾ ਭਾਵ ਹੈ ਸ਼ੇਖ ਬਾਕੀ। ਹੇਰ ਸਰੂਪ ਮਸਤ ਹੋਏ ਗਏ। ਸਤਿਗੁਰੂ ਦੇ ਪਵਿੱਤਰ ਸਰੂਪ ਨੂੰ ਵੇਖ ਕੇ ਮਾਈ ਦਾਸ ਵੈਸ਼ਨੋ ਸਾਧੂ ਮਸਤ ਹੋ ਗਿਆ ਹੈ। ਕੋ ਬਿਦ ਸੁਖ ਤੇ ਜਾਤ ਨਾ ਕਹਿਓ। ਕਿਉਂ ਕੋ ਬਿਦ ਸੁਖ ਤੇ ਜਾਤ ਨਾ ਕਹਿਓ। ਕੋਈ ਵੀ ਜਿਹੜੀ ਹੈ ਬਿਦ ਸੁਖ ਤੇ ਜਾਤ ਨਾ ਕਹਿਓ ਭਾਵ ਉਹ ਸੁੱਖਾਂ ਤੋਂ ਕਹੀ ਨਹੀਂ ਜਾਂਦੀ ਹੈ। ਕਿਹੜੀ ਵਿਧੀ ਸਹਿਤ ਭਾਵ ਇੰਨਾ ਆਨੰਦ ਮਸਤੀ ਜਿਹਨੂੰ ਕੋਈ ਬਿਆਨ ਨਹੀਂ ਕਰ ਸਕਦਾ। ਐਸੀ ਅੰਦਰ ਦੀ ਮਸਤੀ ਚੜੀ ਹੈ। ਮੁੰਦਰਤ ਕਰੇ ਬਿਲੋਚਨ ਜਬੈ। ਤੇ ਜਦੋਂ ਅੱਖਾਂ ਜਿਹੜੀਆਂ ਮੁੰਦਰਤ ਕਰੇ ਬਿਲੋਚਨ ਉਹ ਜਦੋਂ ਭਾਈ ਖੋਲੀਆਂ ਬਿਲੋਚਨ ਕਹੀਏ ਬੰਦ ਕੀਤੀਆਂ ਭਾਵ ਸੁੱਧ ਦੇ ਵਿੱਚ ਅੱਖਾਂ ਬੰਦ ਹੋਈਆਂ। ਅੰਤਰ ਪਿਖਿਓ ਰੂਪ ਸੋ ਤਵੈ। ਤਾਂ ਮਹਾਰਾਜ ਦੇ ਦਰਸ਼ਨ ਕਰਨ ਵਾਲੀ ਇਹ ਕਿਰਪਾ ਹੁੰਦੀ ਹੈ। ਵਿਦਵਾਨ ਸੀ ਸ਼ਰਧਾਲੂ ਤਾਂ ਸੀਗਾ ਹੀ ਉਹ ਕ੍ਰਿਸ਼ਨ ਭਗਵਾਨ ਦਾ। ਇਹ ਤਾਂ ਕਿਰਪਾ ਹੋਣੀ ਸੀ। ਜਦੋਂ ਉਹਨੇ ਅੱਖਾਂ ਬੰਦ ਕੀਤੀਆਂ ਅੰਦਰ ਝਾਤੀ ਮਾਰੀ ਅੰਤਰ ਪਿਖਿਓ ਰੂਪ ਸੋ ਤਵੈ ਤਾਂ ਅੰਤਰਾਤਮੇ ਵੀ ਉਹੀ ਸਰੂਪ ਅੰਦਰ ਵੇਖਿਆ ਹੈ। ਜੋ ਆਪਾਂ ਕਹਿੰਦੇ ਪਰਮੇਸ਼ਰ ਅੰਦਰ ਵਸਦਾ ਉਹੀ ਸਰੂਪ ਵਸ ਰਿਹਾ ਅੰਦਰ। ਤੇ ਉਸਨੇ ਅੰਤਰ ਉਹੀ ਦਰਸ਼ਨ ਕਰ ਲਏ ਹਨ। ਕਿਤਕ ਬੇਰ ਨਹਿ ਨੈਣ ਉਘਾਰੇ। ਕਿੰਨਾ ਹੀ ਸਮਾਂ ਫਿਰ ਨੇਤਰ ਨਹੀਂ ਇਸਨੇ ਖੋਲੇ। ਔਰ ਮਹਿ ਮੂਰਤ ਥਿਰਿਓ ਨਿਹਾਰੇ। ਹਿਰਦੇ ਵਿੱਚ ਉਸ ਮੂਰਤ ਨੂੰ ਦੇਖ ਕੇ ਹੀ ਅੰਦਰ ਬਿਰਤੀ ਟਿਕ ਗਈ। ਬਹੁਰ ਬਿਲੋਚਨ ਖੋਲੇ ਜਾਵੇ। ਤੇ ਜਦੋਂ ਫਿਰ ਭਾਈ ਬਿਲੋਚਨ ਕੀ ਨੇਤਰਾਂ ਨੂੰ ਖੋਲਿਆ ਪਿਖ ਸ੍ਰੀ ਅਮਰ ਦਰਸ ਭਲ ਤਵੈ। ਉਹੀ ਸਰੂਪ ਸਾਹਮਣੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਭਲੀ ਪ੍ਰਕਾਰ ਦਰਸ਼ਨ ਹੋ ਰਹੇ ਹਨ। ਸ੍ਰੀ ਪ੍ਰਭ ਪਗ ਪਰ ਸੀਸ ਧਰਾਇਓ। ਤੇ ਸ੍ਰੀ ਪਰਮੇਸ਼ਰ ਸਰੂਪ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਉਪਮਾ ਭੱਟਾਂ ਨੇ ਕੀਤੀ। ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ। ਇਹ ਸਤਿਯੁਗ ਦੇ ਵਿੱਚ ਉਹ ਸਤਿਯੁਗ ਵੀ ਤੂੰ ਹੀ ਮਾਣਿਆ। ਬਾਵਨ ਸਰੂਪ ਧਾਰ ਕੇ ਬਲ ਰਾਜੇ ਨੂੰ ਛਲਿਆ ਉਧਾਰ ਕੀਤਾ। ਸਤਿਯੁਗ ਤੈ ਮਾਣਿਓ। ਇਹ ਪ੍ਰਤੱਖ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਨਮੁਖ ਖੜ ਕੇ ਭੱਟਾਂ ਨੇ ਗੁਰੂ ਦੀ ਉਪਮਾ ਕੀਤੀ। ਹੁਣ ਤਾਂ ਹੋ ਗਿਆ ਨਾ ਭਾਈ ਜੀ ਐਂ ਕਿਉਂ ਇਹ ਸਾਹਮਣੇ ਖੜੇ ਮਹਾਰਾਜ ਦੇ ਕਹਿ ਰਹੇ ਆ। ਜੇ ਹੁਣ ਇਹ ਗੱਲ ਗਲਤ ਹੁੰਦੀ ਮਹਾਰਾਜ ਰੋਕ ਦਿੰਦੇ ਭਾਈ ਅਸੀਂ ਨਹੀਂ ਉਹ ਅਵਤਾਰ ਸੀਗੇ। ਉਹ ਸਾਹਮਣੇ ਖੜ ਕੇ ਕਹਿ ਰਹੇ ਆ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ। ਫਿਰ ਕਿਹਾ ਸਤਿਗੁਰੂ ਤ੍ਰੇਤੇ ਤੈ ਮਾਣਿਓ। ਤ੍ਰੇਤਾ ਵੀ ਤੂੰ ਹੀ ਮਾਣਿਆ ਹੈ।
ਰਾਮ ਰਘੁਵੰਸ਼ ਕਹਾ, ਰਘੁਵੰਸ਼ ਕੁਲ ਦੇ ਵਿੱਚ ਰਾਮ ਰੂਪ ਕਹਾਏ ਤੁਸੀਂ। ਕ੍ਰਿਸ਼ਨ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਫਿਰ ਤੁਸੀਂ ਹੋਈ ਮਹਾਰਾਜ ਜੀ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਸਰੂਪ ਜਿਹੜੇ ਕੰਸ ਨੂੰ ਕਰਤਾਰਥ ਕੀਤਾ, ਦੁਆਪਰ ਯੁੱਗ ਮਾਣਿਆ। ਕਲਯੁਗ ਪ੍ਰਮਾਣ, ਇਹ ਕਲਯੁਗ ਦਾ ਵੀ ਪ੍ਰਤੱਖ ਪ੍ਰਮਾਣ ਹੈ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ, ਉਗਰ ਸੈਣ ਕੋ ਰਾਜ ਅਭੈ ਭਗਤਹਿ ਜਨ ਦੀਓ। ਉਗਰ ਸੈਣ ਨੂੰ ਰਾਜ ਬਖਸ਼ਿਆ, ਅਭੈ ਭੈ ਤੋਂ ਰਹਿਤ ਆਪਣੇ ਭਗਤ ਜਨਾਂ ਨੂੰ, ਭਗਤਹਿ ਜਨ ਦੀਓ। ਕਲਯੁਗ ਪ੍ਰਮਾਣ ਨਾਨਕ ਗੁਰ, ਹੇਰਾ ਕਲਯੁਗ ਦੇ ਵਿੱਚ ਇਹ ਪ੍ਰਮਾਣ ਹੈ ਨਾਨਕ, ਸ੍ਰੀ ਗੁਰੂ ਨਾਨਕ ਦੇ ਮਹਾਰਾਜ ਗੁਰੂ ਅੰਗਦ, ਫਿਰ ਗੁਰੂ ਅੰਗਦ ਦੇ ਅਮਰ ਕਹਾਇਓ। ਹੁਣ ਤੁਸੀਂ ਗੁਰੂ ਅਮਰਦਾਸ ਮਹਾਰਾਜ ਕਹਾ ਰਹੇ ਹੋ। ਸ੍ਰੀ ਗੁਰੂ ਰਾਜ ਅਬਚਲ ਅਟਲ, ਪਰ ਇਹ ਜਿਹੜਾ ਅਬਚਲ ਰਾਜ ਹੈ, ਸ੍ਰੀ ਗੁਰੂ ਰਾਜ ਅਬਚਲ ਅਟਲ, ਇਹ ਪ੍ਰਾਪਤੀ, ਇਹ ਤੁਸੀਂ ਅਬਚਲ ਜਿਹੜਾ ਭਾਵ ਜਿਹੜਾ ਉਹ ਰਾਜ, ਇੱਕ ਤਾਂ ਦੁਨੀਆ ਦੇ ਰਾਜ ਹੈ, ਉਹ ਗੁਰਮੁਖੋ ਚਲਾਏ ਮਾਨ ਰਾਜ ਨੇ। ਭਾਵ ਕੀ ਵੀ ਰਾਜ ਆਇਆ ਤੇ ਚਲਿਆ ਗਿਆ। ਸੰਸਾਰ ਦੇ ਵਿੱਚ ਇਹ ਡਰ ਬਣਿਆ ਰਹਿੰਦਾ ਹੈ ਨਾ, ਇਹ ਰਾਜ ਆ ਗਿਆ। ਵੱਡੇ ਵੱਡੇ ਰਾਜੇ ਆ, ਚਾਹੇ ਉਹ ਕਿੱਡੇ ਖਿਤਾਬ ਤੇ ਬਹਿ ਜਾਣ, ਪਰ ਇੱਕ ਗੱਲ ਤਾਂ ਹੈ ਕਿ ਉਹ ਹਮੇਸ਼ਾ ਮਨ ਦੇ ਵਿੱਚ ਭੈ ਬਣਿਆ ਰਹਿੰਦਾ, ਇਹ ਰਾਜ ਰਹੂਗਾ ਕਿ ਨਹੀਂ ਰਹੂਗਾ, ਕਦੋਂ ਰਾਜ ਇਹ ਚਲਿਆ ਜਾਣਾ, ਇਹ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ। ਇਹ ਸਾਰਾ ਕੁਝ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਸ੍ਰੀ ਗੁਰੂ ਰਾਜ ਅਬਚਲ ਅਟਲ ਆਦ ਪੁਰਖ ਫਰਮਾਇਓ। ਇਹ ਸਾਰਾ ਆਦ ਪੁਰਖ ਦਾ ਹੀ ਫਰਮਾਨ ਹੈ। ਇਹ ਅਕਾਲ ਪੁਰਖ ਪਰਮੇਸ਼ਰ ਜੋ ਆਦਿ ਪੁਰਖ ਸਾਰਾ ਭਾਈ ਉਸੇ ਦਾ ਹੀ ਫਰਮਾਨ ਹੈ। ਇਹ ਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਦੀ ਉਪਮਾ ਬਾਣੀ ਵਿੱਚ ਵੀ ਹੈ। ਤੇ ਉਸ ਸਮੇਂ ਫਿਰ ਜੋ ਅੰਦਰ ਦਰਸ਼ਨ ਹੋਏ ਉਹੀ ਬਾਹਰ ਹੋਏ। ਐਸਾ ਭਾਈ ਅੰਦਰ ਦੀ ਭਾਵਨਾ ਜਾਗੀ, ਇਹ ਬਹੁਰ ਬਿਲੋਚਨ ਖੋਲੇ ਜਬੈ, ਪਿਖ ਸ੍ਰੀ ਅਮਰ ਦਰਸ ਭਲ ਤਵੈ। ਜਦੋਂ ਨੇਤਰ ਖੋਲੇ ਭਲੀ ਪ੍ਰਕਾਰ ਸਾਹਮਣੇ ਗੁਰੂ ਅਮਰਦਾਸ ਜੀ ਦੇ ਉਵੇਂ ਦਰਸ਼ਨ ਹੋ ਰਹੇ ਹਨ। ਸ੍ਰੀ ਪ੍ਰਭ ਪਗ ਪਰ ਸੀਸ ਧਰਾਇਓ। ਸ੍ਰੀ ਪਰਮੇਸ਼ਰ ਸਰੂਪ ਗੁਰੂ ਦੇ ਚਰਨਾਂ ਤੇ ਸੀਸ ਧਰਿਆ। ਮੁਖ ਸੇ ਬਹੁ ਵਿਧ ਸਤੁਤ ਕਰਾਇਓ। ਤੇ ਮੁਖੋਂ ਭਾਈ ਬਹੁਤ ਤਰੀਕੇ ਨਾਲ ਫਿਰ ਉਸਤਤੀ ਕੀਤੀ ਹੈ। ਸ੍ਰੀ ਸਤਿਗੁਰ ਤਬ ਭਏ ਦਿਆਲ। ਸ੍ਰੀ ਗੁਰੂ ਅਮਰਦਾਸ ਜੀ ਬਹੁਤ ਦਿਆਲੂ ਹੋਏ। ਨਿਜ ਕਰ ਰੱਖਿਓ ਤਿਸੀ ਕੇ ਭਾਲ। ਮਹਾਰਾਜ ਨੇ ਆਪਣਾ ਪਵਿੱਤਰ ਹੱਥ ਉਹਦੇ ਸਿਰ ਤੇ ਰੱਖਿਆ ਹੈ। ਕਰ ਪਰਸਤ ਹੀ ਭਇਓ ਨਿਹਾਲ। ਜਿਵੇਂ ਦਰਸ਼ਨ ਭੇਟਤ ਹੋਤ ਨਿਹਾਲ, ਇਉਂ ਸਿਰ ਤੇ ਹੱਥ ਦਾ ਸਪਰਸ਼ ਹੋਇਆ। ਇਹ ਜਿਹੜਾ ਮਾਈ ਦਾਸ ਵੈਸ਼ਨੋ ਸਾਧੂ ਨਿਹਾਲ ਹੋ ਗਿਆ। ਕਹਿਤ ਭਇਓ ਹੈ ਗੁਰੂ ਕਿਰਪਾਲ। ਕਹਿਣ ਲੱਗਿਆ ਹੈ ਕਿਰਪਾਲੂ ਸਤਿਗੁਰੂ ਜੀ, ਨਿਜ ਸੇਵਾ ਮਹਿ ਮੁਝ ਕੋ ਲਾਵੋ। ਕਿਰਪਾ ਕਰਕੇ ਮਹਾਰਾਜ ਆਪਣੀ ਸੇਵਾ ਦੇ ਵਿੱਚ ਮੈਨੂੰ ਲਾ ਲਓ। ਕਹਿ ਗੁਰ ਬਾਪੀ ਕਾਰ ਕਮਾਵੋ। ਤਾਂ ਗੁਰੂ ਸਾਹਿਬ ਕਹਿਣ ਲੱਗੇ, ਮਾਈ ਦਾਸ ਬੌਲੀ ਦੀ ਕਾਰ ਸੇਵਾ ਚੱਲਦੀ ਹੈ ਭਾਈ, ਇਹ ਕਾਰ ਸੇਵਾ ਕਾਰ ਕਮਾ, ਤੂੰ ਵੀ ਸੇਵਾ ਕਰ ਲੈ। ਮਹਾਰਾਜ ਨੇ ਮਾਈ ਦਾਸ ਤੇ ਕਿਰਪਾ ਕੀਤੀ ਹੈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਹੈ। ਇੱਥੇ ਤੱਕ ਜੋ ਭਾਈ ਇਹ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਤ੍ਰਿਤੀਆ ਮਹੱਲੇ ਤੀਜੇ ਮਹੱਲੇ ਦੇ ਸ੍ਰੀ ਰਾਮਦਾਸ ਸੇਵਾ ਉਹ ਮਾਈ ਦਾਸ ਪ੍ਰਸੰਗ ਵਰਣਨ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਸੇਵਾ ਤੇ ਮਾਈ ਦਾਸ ਵੈਸ਼ਨੋ ਸਾਧੂ ਦਾ ਪ੍ਰਸੰਗ ਵਰਣਨ ਕੀਤਾ। ਨਾਮ ਇਕਾਦਸਮੋ ਮੰਦਰ ਹੈ। ਇਹ ਭਾਈ 11ਵੇਂ ਘਰ ਦਾ ਜਿਹੜਾ ਹੈ ਪ੍ਰਸੰਗ ਹੈ। ਆਓ ਟਾਈਮ ਹੋ ਗਿਆ ਸਮਾਪਤੀ ਦਾ, ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।